ਹੈਲੋ ਸਟੂਡੈਂਟਸ, ਵੈਲਕਮ ਟੂ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ। ਸੋ ਅਸੀਂ PSSB ਦੀ ਸੀਰੀਜ਼ ਜੋ ਹੈ ਸਟਾਰਟ ਕੀਤੀ ਹੋਈ ਹੈ। ਸੋ ਪਰਸੈਂਟੇਜ ਚੈਪਟਰ ਕਰ ਰਹੇ ਸੀ। ਪਹਿਲੇ ਲੈਕਚਰ ਦੇ ਵਿੱਚ, ਪਹਿਲੇ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀ ਸਕਸੈਸਿਵ ਪਰਸੈਂਟੇਜ ਚੇਂਜ ਦਾ ਕਨਸੈਪਟ ਤੇ 10 ਕੁਐਸਚਨਸ ਕੀਤੇ ਸੀਗੇ। ਹੁਣ ਅਸੀਂ ਸਕਸੈਸਿਵ ਪਰਸੈਂਟੇਜ ਚੇਂਜ ਦੇ ਬਾਕੀ ਕੁਐਸਚਨ ਜਿਹੜੇ ਇੰਪੋਰਟੈਂਟ ਕੁਐਸਚਨਸ ਹੈ ਉਹਨਾਂ ਦੀ ਪ੍ਰੈਕਟਿਸ ਕਰਾਂਗੇ। ਜੋ ਸਟੂਡੈਂਟਸ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਆ, ਤੁਸੀਂ ਕਾਈਂਡਲੀ ਪਹਿਲੀ ਵਾਲੀ ਵੀਡੀਓ ਜਿਹੜੀ ਹੈ ਉਹ ਦੇਖ ਲਓ। ਜੋ ਫਸਟ ਹੈ ਸੀਰੀਜ਼ ਦੇ ਵਿੱਚ, ਉਹਦੇ ਵਿੱਚ ਕਨਸੈਪਟ ਦੱਸਿਆ ਹੋਇਆ ਵਾ ਕਿ ਸਕਸੈਸਿਵ ਪਰਸੈਂਟੇਜ ਚੇਂਜ ਦੇ ਕੁਐਸਚਨਸ ਕਰਨੇ ਕਿੱਦਾਂ ਵਾ। ਦੂਜੀ ਗੱਲ, ਇਹਦੀ ਜਿਹੜੀ PDF ਹੈ, ਜੋ ਇਹਦੀ ਪ੍ਰੈਕਟਿਸ ਸੈੱਟ ਹੋਣਗੇ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲੋਗੇ। ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ। ਸੋ ਸਭ ਤੋਂ ਪਹਿਲਾਂ ਜਾ ਕੇ ਟੈਲੀਗ੍ਰਾਮ ਚੈਨਲ ਨੂੰ ਜੋ ਹੈ ਜੁਆਇਨ ਕਰ ਲਓ, ਤਾਂ ਜੋ ਤੁਹਾਨੂੰ ਇਹ ਡਾਟਾ ਜੋ ਹੈ ਸਾਰਾ ਉੱਥੇ ਮਿਲ ਸਕੇ। ਜਿਹੜੀ ਵੀ PDF ਅਸੀਂ ਜਦੋਂ ਵੀ ਡਿਸਕਸ ਕਰਾਂਗੇ, ਪਲੱਸ ਐਡੀਸ਼ਨਲ ਕੁਐਸਚਨ ਅਗਰ ਪਰਸੈਂਟੇਜ ਦੇ ਮੈਨੂੰ ਲੱਗੂਗੇ ਪਰਸੈਂਟੇਜ ਚੈਪਟਰ ਕੰਪਲੀਟ ਹੋਣ ਤੋਂ ਬਾਅਦ ਕਿ ਕੋਈ ਐਡੀਸ਼ਨਲ ਕੁਐਸਚਨਸ ਦੇਣੇ ਆ ਤੇ ਉਹ ਮੈਂ ਉसी ਚੈਨਲ ਤੇ ਜੋ ਹੈ ਆਪਾਂ ਅਪਲੋਡ ਕਰ ਦਾਂਗੇ। ਠੀਕ ਹੈ ਜੀ, ਚਲੋ ਸੀਰੀਜ਼ ਸਟਾਰਟ ਕਰਦੇ ਹਾਂ। ਅੱਜ ਦਾ ਫਸਟ ਕੁਐਸਚਨ ਕਰਦੇ ਹਾਂ। ਸੀਰੀਜ਼ ਦੇ ਹਿਸਾਬ ਨਾਲ 11th ਕੁਐਸਚਨ ਚੱਲੂਗਾ। ਸੋ ਰਮੇਸ਼ ਸੈਲਰੀ ਵਾਸ ਰਿਡਿਊਸ ਬਾय 10%। ਰਮੇਸ਼ ਦੀ ਸੈਲਰੀ ਸੀ ਜੋ ਕਿ ਪਹਿਲਾਂ 10% ਤੋਂ ਘਟਾ ਦਿੱਤੀ ਗਈ, ਐਂਡ ਦੈਨ ਦਾ ਰਿਡਿਊਸ ਸੈਲਰੀ ਵਾਸ ਇਨਕਰੀਜ਼ ਬਾय 10%। ਸੋ ਉਹੀ ਕੁਐਸਚਨ ਹੈ ਜਦੋਂ ਕਿਸੇ ਨੰਬਰ ਨੂੰ ਅਸੀਂ ਸੇਮ ਪਰਸੈਂਟੇਜ ਤੋਂ ਘਟਾ ਕੇ ਸੇਮ ਪਰਸੈਂਟੇਜ ਨਾਲ ਵਧਾ ਦਿੰਦੇ ਆ। ਠੀਕ ਹੈ, ਤਾਂ ਸੇਮ ਦੇ ਵਿੱਚ ਤੁਹਾਨੂੰ ਮੈਂ ਕੀ ਦੱਸਿਆ ਸੀਗਾ, 10% ਇਨਕਰੀਜ਼ ਡਿਕਰੀਜ਼ ਹੋਵੇ ਤਾਂ ਜਿਹੜੇ ਵੀ ਨੰਬਰ ਦਾ ਇਨਕਰੀਜ਼ ਡਿਕਰੀਜ਼ ਹੋ ਰਿਹਾ ਵਾ, ਰਾਈਟ ਸਾਈਡ ਤੋਂ ਇੱਕ ਨੰਬਰ ਛੱਡ ਕੇ ਜੋ ਨੰਬਰ ਬਚੂਗਾ ਉਹਦਾ ਸਕੁਆਇਰ ਕਰ ਦਿਓ, ਤਾਂ ਹਮੇਸ਼ਾ ਸਾਨੂੰ ਲਾਸ ਹੁੰਦਾ ਵਾ। ਇਹਨੇ ਪੁੱਛਿਆ ਵੀ ਹੈ ਕਿ ਅਲਟੀਮੇਟ ਲਾਸ ਕਿੰਨਾ ਹੋਊਗਾ। ਸੋ 1 ਦਾ ਸਕੁਆਇਰ ਕਿੰਨਾ ਵਾ, 1। ਸੋ ਸਾਨੂੰ ਜੋ ਲਾਸ ਹੋਊਗਾ ਉਹ ਹੋਊਗਾ 1%। ਠੀਕ ਹੈ ਜੀ, ਸੋ ਸੇਮ ਨੰਬਰ ਵਧਾਉਣ ਕੇ ਘਟਾਉਣ ਵਾਲਾ ਕੁਐਸਚਨ ਹੈ। ਠੀਕ ਹੈ ਜੀ, ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਵਿੱਚ ਤੁਹਾਨੂੰ ਕੋਈ ਵੀ ਫਾਰਮੂਲਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਕਹਿ ਰਿਹਾ ਕਿ ਇਫ ਦ ਰੇਡੀਅਸ ਆਫ ਦ ਸਫੀਅਰ ਇਜ਼ ਡਿਕਰੀਜ਼ਡ ਬਾय 10%। ਸੋ ਸਫੀਅਰ ਦਾ ਜੋ ਰੇਡੀਅਸ ਹੈ ਉਹ ਅਗਰ 10% ਤੋਂ ਡਿਕਰੀਜ਼ ਹੋ ਰਿਹਾ ਵਾ, ਤਾਂ ਮੈਨੂੰ ਪੁੱਛ ਰਿਹਾ ਕਿ ਵੋਲਿਊਮ ਆਫ ਦ ਸਫੀਅਰ ਕੀ ਹੋਊਗਾ। ਸੋ ਵੋਲਿਊਮ ਆਫ ਸਫੀਅਰ ਦਾ ਜੋ ਫਾਰਮੂਲਾ ਹੈ ਬੇਸਿਕਲੀ ਉਹ ਹੈ 4/3 ਪਾਈ r ਕਿਊਬ। ਠੀਕ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅਗਰ ਸਕਸੈਸਿਵ ਦਾ ਕੁਐਸਚਨ ਆਵੇ ਤਾਂ ਅਸੀਂ ਕਾਂਸਟੈਂਟ ਵਾਲੇ ਪਾਰਟ ਨੂੰ ਨਹੀਂ ਦੇਖਦੇ, ਕਾਂਸਟੈਂਟ ਵਾਲੇ ਪਾਰਟ ਨੂੰ ਨਹੀਂ ਦੇਖਦੇ ਕਿਉਂਕਿ ਵੋਲਿਊਮ ਦੀ ਗੱਲ ਕਰ ਰਿਹਾ ਹੈ। ਠੀਕ ਹੈ, ਲਾਸਟ ਵੀਡੀਓ ਦੇ ਵਿੱਚ ਜੋ ਸਫੀਅਰ ਦਾ ਏਰੀਆ ਸੀਗਾ ਉਹ ਸ਼ਾਇਦ ਗਲਤ ਲਿਖਤਾ ਸੀ, 4πr² ਆਣਾ ਸੀ। ਸੋ ਉੱਥੇ ਬੇਸਿਕਲੀ ਆਪਾਂ r² ਦੇ ਬਾਰੇ ਗੱਲ ਕਰ ਰਹੇ ਸੀਗੇ। ਹੁਣ ਵੋਲਿਊਮ ਦੀ ਗੱਲ ਹੋ ਰਹੀ ਹੈ ਤਾਂ r³ ਬਾਰੇ ਗੱਲ ਹੋ ਰਹੀ ਹੈ। ਠੀਕ ਹੈ ਜੀ, ਸੋ ਇਹਦੇ ਵਿੱਚ ਹੁਣ ਕੀ ਹੈ ਕਿ 3 ਵਾਰ 10% ਅਗਰ ਕਿਸੇ ਨੰਬਰ ਤੋਂ ਡਿਕਰੀਜ਼ ਕਰੀਏ ਤਾਂ ਨੈਟ ਪਰਸੈਂਟੇਜ ਡਿਕਰੀਜ਼ ਕਿੰਨਾ ਹੁੰਦਾ ਵਾ, ਇਹ ਦੇਖਣਾ ਅਸੀਂ। ਠੀਕ ਹੈ, ਸੋ ਅਸੀਂ ਇਹ ਫਾਰਮੂਲਾ 2 ਵਾਰ ਲਗਾ ਸਕਦੇ ਹਾਂ। ਜਿਹੜਾ ਅਸੀਂ ਲਾਸਟ ਟਾਈਮ ਫਾਰਮੂਲਾ ਦੇਖਿਆ ਸੀ ਇਹ ਅਸੀਂ 2 ਵਾਰ ਲਗਾ ਸਕਦੇ ਹਾਂ। ਹੋਰ ਵੀ ਬਹੁਤ ਸਾਰੇ ਮੈਥਡ ਇਹਨੂੰ ਕਰਨ ਦੇ, ਕਿਉਂਕਿ ਅਸੀਂ ਫਿਲਹਾਲ ਇਹ ਫਾਰਮੂਲਾ ਦੇਖਿਆ ਵਾ, ਇਹਦੇ ਬੇਸ ਤੇ ਦੇਖਦੇ ਹਾਂ। -10 2 ਵਾਰ ਜੋ ਰੇਡੀਅਸ ਹੈ ਉਹ ਡਿਕਰੀਜ਼ ਹੋਊਗਾ, ਮਾਈਨਸ ਮਾਈਨਸ ਕੀ ਹੁੰਦਾ ਪਲੱਸ, 10 ਤੇ 10 ਕਿੰਨਾ ਹੁੰਦਾ 100/100। ਸੋ ਮੈਨੂੰ ਦੇਖ ਕੇ ਪਤਾ ਲੱਗ ਰਿਹਾ ਕਿ ਅਗਰ 2 ਵਾਰ ਨੰਬਰ 10% ਡਿਕਰੀਜ਼ ਹੋਵੇ ਤਾਂ ਡਿਕਰੀਜ਼ ਕਿੰਨਾ ਹੋਊਗਾ 20%। ਇੱਥੇ ਇੱਕ ਜੋ ਹੈ ਉਹ ਐਡ ਹੋ ਜਾਊਗਾ ਆਪੋਜ਼ਿਟ ਸਾਈਨ ਦੇ ਵਿੱਚ, ਤੇ ਇੱਥੇ ਆ ਜਾਊਗਾ -19%। ਤੁਸੀਂ ਇੱਕ ਗੱਲ ਗੌਰ ਕੀਤੀ ਹੋਊਗੀ, ਲਾਸਟ ਲੈਕਚਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਦੇਖਿਆ ਸੀ ਕਿ ਅਗਰ ਕਿਸੇ ਨੰਬਰ ਨੂੰ 2 ਵਾਰ 10% ਤੋਂ ਵਧਾਓ ਤਾਂ ਉਹ 21% ਵੱਧਦਾ ਵਾ। ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਆਬਜ਼ਰਵੇਸ਼ਨ ਹੈ ਕਿ ਜਦੋਂ ਆਪਾਂ ਨੰਬਰ ਇਨਕਰੀਜ਼ ਕਰਦੇ ਹਾਂ, ਸੇਮ ਨੰਬਰਸ 2 ਵਾਰ ਇਨਕਰੀਜ਼ ਕਰਦੇ ਹਾਂ, ਜਿੱਦਾਂ ਕਿ 10 ਤੇ 10 20 ਹੋਣਾ ਚਾਹੀਦਾ ਵਾ, ਇੱਥੇ ਘਟਾ ਰਹੇ ਹਾਂ ਤੇ 10 ਤੇ 10 20 ਹੋਣਾ ਚਾਹੀਦਾ ਵਾ। ਵੱਧਦੇ ਟਾਈਮ ਜਿੰਨਾ 20 ਤੋਂ ਜ਼ਿਆਦਾ ਹੈ, ਘਟਦੇ ਟਾਈਮ ਓਨਾ ਹੀ 20 ਤੋਂ ਘੱਟ ਹੋਊਗਾ। ਠੀਕ ਹੈ, ਜਿੱਦਾਂ ਕਿ 10 ਤੇ 10 20 ਹੋਣਾ ਚਾਹੀਦਾ, ਇੱਕ ਵੱਧ ਗਿਆ, ਇੱਦਾਂ ਹੀ 10 ਤੇ 10 ਘਟਾਉਂਦੇ ਟਾਈਮ 20 ਹੋਣਾ ਚਾਹੀਦਾ ਵਾ, ਪਰ ਇੱਕ ਘਟ ਕੇ 19 ਆ ਜਾਊਗਾ। ਠੀਕ ਹੈ, 20 ਤੋਂ ਇੱਕ ਜ਼ਿਆਦਾ, 20 ਤੋਂ ਇੱਕ ਘੱਟ, ਬਾਕੀ ਨੰਬਰਸ ਲਈ ਵੀ ਇਹ ਐਪਲੀਕੇਬਲ ਹੈ। ਠੀਕ ਹੈ ਜੀ, ਸੋ ਬੇਸਿਕਲੀ ਮੈਂ ਕਿਉਂ ਦੱਸਣਾ ਚਾਹੁੰਦਾ ਤੁਹਾਨੂੰ, ਕਿਉਂਕਿ ਅਸੀਂ ਆਹ ਵਾਲੀ ਕੈਲਕੂਲੇਸ਼ਨ ਪੇਪਰ 'ਚ ਨਹੀਂ ਕਰਾਂਗੇ। 2 ਵਾਰ ਅਗਰ ਕੋਈ ਨੰਬਰ 10% ਤੋਂ ਡਿਕਰੀਜ਼ ਹੁੰਦਾ ਵਾ ਤੇ 19% ਡਿਕਰੀਜ਼ ਹੋ ਜਾਂਦਾ ਵਾ। ਹੁਣ ਨੈਕਸਟ ਹੈ ਸਾਡੇ ਕੋਲ ਕਿ ਰੇਡੀਅਸ ਤਾਂ 3 ਵਾਰ ਡਿਕਰੀਜ਼ ਕਰਨਾ, ਵੋਲਿਊਮ 'ਚ ਰੇਡੀਅਸ 3 ਵਾਰ ਆਇਆ ਹੈ। ਸੋ ਮੇਰੇ ਕੋਲ ਇੱਕ ਵੈਲਿਊ ਆ ਗਈ 19% ਦੀ ਡਿਕਰੀਜ਼। ਹੁਣ ਥਰਡ ਆਰ ਕਿੰਨਾ ਵਾ 10% ਡਿਕਰੀਜ਼ ਹੋਊਗਾ, ਮਾਈਨਸ ਮਾਈਨਸ ਪਲੱਸ, 19 × 10 ਹੁੰਦਾ ਵਾ 190/100। ਇੱਕ 0 ਇੱਥੇ ਕੈਂਸਲ ਹੋ ਜਾਊਗਾ, ਇਹ 0 ਇੱਥੇ ਪੁਆਇੰਟ ਲੈ ਕੇ ਆਊਂਗਾ। ਠੀਕ ਹੈ ਜੀ, ਸੋ -19 ਤੇ -10 ਕਿੰਨਾ ਹੋ ਗਿਆ, -29% ਪਲੱਸ 1.9। ਇਹ ਆਪੋਜ਼ਿਟ ਹੈ, ਇਹਦਾ ਮਤਲਬ ਕਿ ਇਹ ਨੰਬਰ ਚੋਂ ਮਾਈਨਸ ਕਰਨਾ ਬੇਸਿਕਲੀ। ਸੋ 29 ਚੋਂ 1 ਗਏ 28, 28 ਦੇ ਵਿੱਚੋਂ 0.9 ਗਏ, ਸਾਡਾ ਆਂਸਰ ਆਊਗਾ 27.10। ਸੋ ਇਹ ਮਾਈਨਸ ਚ ਆਊਗਾ, ਮਾਈਨਸ ਦਾ ਮਤਲਬ ਕਿ ਨੰਬਰ ਜੋ ਹੈ ਡਿਕਰੀਜ਼ ਹੋਊਗਾ। ਸੋ ਡਿਕਰੀਜ਼ ਕਿੰਨੀ ਹੋਊਗੀ ਵੋਲਿਊਮ, 27.1% ਡਿਕਰੀਜ਼ ਹੋਊਗੀ। ਠੀਕ ਹੈ ਜੀ, 27.1% ਵੋਲਿਊਮ ਜੋ ਹੈ ਡਿਕਰੀਜ਼ ਹੋ ਜਾਊਗੀ। ਠੀਕ ਹੈ ਜੀ, ਸੋ ਅਗਰ ਤੁਸੀਂ YouTube ਚੈਨਲ ਤੇ ਪਹਿਲੀ ਵਾਰ ਆਏ ਹੋ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰ ਦਿਓ। ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਅਗੇਨ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੰਨੇ ਵੀ ਆਪਾਂ ਇੱਥੇ ਕਨਸੈਪਟਸ ਕਰਾਂਗੇ ਸਾਰੇ ਕੰਪਲੀਟ ਕਨਸੈਪਟਸ ਕਰਾਂਗੇ, ਬੇਸਿਕਸ ਤੋਂ ਕਰਾਂਗੇ। ਹਰ ਇੱਕ ਕੁਐਸਚਨ ਦਾ ਤੁਹਾਨੂੰ ਮੈਂ ਜੋ ਕਨਸੈਪਟ ਹੈ ਉਹ ਦੱਸਦਾ ਜਾਊਂਗਾ।
3-4 ਮਹੀਨੇ ਦੇ ਅੰਦਰ ਅੰਦਰ PSSB ਦੇ ਵਿੱਚ ਕੋਈ ਵੀ ਕੁਐਸਚਨ ਆ ਗਿਆ ਅਗਰ ਪੇਪਰ ਦੇ ਵਿੱਚ ਤੇ ਤੁਸੀਂ ਉਹਨੂੰ ਕਰ ਪਾਓਗੇ। If each side of the square is increased by 30% then find the percentage change in the area। ਏਰੀਆ 'ਚ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਅਸੀਂ ਆਹੀ ਫਾਰਮੂਲਾ ਲਗਾਉਂਦੇ ਹਾਂ a + b + ab upon 100। ਹੁਣ ਸਾਈਡ ਦੀ ਗੱਲ ਕਰ ਰਹੇ ਹਾਂ ਸਕੁਏਅਰ ਦੀ ਸਾਰੀਆਂ ਸਾਈਡ ਸੇਮ ਹੁੰਦੀਆਂ ਵਾ। ਸੋ ਇਹਦਾ ਮਤਲਬ ਕੀ ਹੈ ਕਿ ਏਰੀਆ ਦੀ ਅਗਰ ਮੈਂ ਗੱਲ ਕਰੂੰਗਾ ਸਕੁਏਅਰ ਦੇ ਉਹ ਕਿੰਨਾ ਹੁੰਦਾ ਵਾ a²। ਇਹ ਹੈਗੀ ਹੈ ਸਾਈਡ ਸਕੁਏਅਰ। ਸਾਈਡ ਕਿੰਨੀ ਇਨਕਰੀਜ਼ ਕਰ ਰਹੇ ਹਾਂ 30%। ਸੋ 30% ਇੱਕ ਵਾਰ ਫਿਰ 30% ਦੂਸਰੀ ਵਾਰ, ਕਿਉਂਕਿ a² ਦਾ ਮਤਲਬ ਹੈ a × a। ਸੋ ਲਾਸਟ ਲੈਕਚਰ 'ਚ ਆਪਾਂ ਦੇਖਿਆ ਸੀ ਜਦੋਂ 2 ਨੰਬਰ ਮਲਟੀਪਲਾਈ ਹੋ ਕੇ ਤੀਸਰਾ ਨੰਬਰ ਦਾ ਆਂਸਰ ਆ ਰਿਹਾ ਹੈ ਤਾਂ ਮੈਂ ਉੱਥੇ ਸਕਸੈਸਿਵ ਪਰਸੈਂਟੇਜ ਚੇਨ ਲਗਾ ਸਕਦਾ ਹਾਂ। ਠੀਕ ਹੈ, ਹੁਣ 2 ਵਾਰ ਅਗਰ ਕੋਈ ਨੰਬਰ 30% ਤੋਂ ਇਨਕਰੀਜ਼ ਹੋਵੇ ਤਾਂ ਮੈਨੂੰ ਪਤਾ ਲੱਗ ਰਿਹਾ ਕਿ 60% ਤਾਂ ਮਿਨੀਮਮ ਇਨਕਰੀਜ਼ ਹੋਊਗਾ। ਇਸ ਤੋਂ ਜ਼ਿਆਦਾ ਕਿੰਨਾ ਹੋਊਗਾ? ਇਹ a ਹੈ ਪਲੱਸ b ਹੈ ਜੋ ਕਿ 60 ਵੈਲਿਊ ਆਊਗੀ ਪਲੱਸ ab upon 100। ਹੁਣ ab ਕੀ ਹੈ 30 ਨੂੰ ਮਲਟੀਪਲਾਈ ਕਰਨਾ। 30 × 30 ਕਿੰਨਾ ਹੁੰਦਾ? 30 ਦਾ ਸਕੁਅਰ ਹੁੰਦਾ 900। 900 ਦਾ 100 ਜੋ ਹੈ ਉਹ ਕੱਟ ਜਾਊਗਾ, ਬਚਿਆ ਕਿੰਨਾ 9। ਇਹ 9 ਐਕਸਟਰਾ ਹੈ। 9 ਕੀ ਹੈ? ਐਕਸਟਰਾ। 30 + 30 60 ਤਾਂ ਸਾਨੂੰ ਦਿਖ ਰਿਹਾ ਵਾ। ਸੋ ਤੁਹਾਨੂੰ ਮੈਂ ਕਿਹਾ ਸੀ ਕਿ ab upon 100 ਤੇ ਕਨਸੈਂਟਰੇਟ ਕਰਨਾ ਵਾ। 9 ਇਨਕਰੀਜ਼ ਹੋਊਗਾ, ਸਾਡਾ ਆਂਸਰ ਆ ਜਾਊਗਾ 69। ਠੀਕ ਹੈ ਜੀ, ਇਹ ਤੁਸੀਂ ਮਾਈਂਡ 'ਚ ਵੀ ਕੈਲਕੂਲੇਟ ਕਰ ਸਕਦੇ ਹੋ ਕਿ 30 2 ਵਾਰ ਇਨਕਰੀਜ਼ ਹੋਇਆ 60। ਹੁਣ ਕੀ ਹੈ ਕਿਉਂਕਿ 30 ਨੂੰ 30 ਨਾਲ ਮਲਟੀਪਲਾਈ ਕਰਨਾ। 30 ਦਾ ਸਕੁਅਰ ਹੁੰਦਾ 900। 900 ਦੇ ਵਿੱਚੋਂ 100 ਅਗਰ ਮੈਂ ਕੱਟ ਕਰੂੰਗਾ ਤਾਂ 9 ਬਚ ਜਾਊਗਾ। 9 ਆਪਾਂ ਐਡ ਕਰ ਦਾਂਗੇ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਕਿ ਫਾਈਂਡ ਦ ਸਿੰਗਲ ਡਿਸਕਾਊਂਟ। ਦੇਖੋ ਅਸੀਂ ਕੀਤਾ ਸੀ ਸਕਸੈਸਿਵ ਪਰਸੈਂਟੇਜ ਇਨਕਰੀਜ਼ ਫਿਰ ਸਕਸੈਸਿਵ ਪਰਸੈਂਟੇਜ ਡਿਕਰੀਜ਼। ਹੁਣ ਡਿਕਰੀਜ਼ ਵਾਲਾ ਕੁਐਸਚਨ ਆਉਂਦਾ ਜਦੋਂ ਡਿਸਕਾਊਂਟ ਦੀ ਗੱਲ ਕਰਦਾ। ਉਹ ਕਹਿ ਰਿਹਾ ਕਿ 2 ਅਗਰ ਸਾਡੇ ਕੋਲ ਸਕਸੈਸਿਵ ਡਿਸਕਾਊਂਟਸ ਆ ਇਹਦੇ ਬਦਲੇ ਸਿੰਗਲ ਡਿਸਕਾਊਂਟ ਕੀ ਹੋਊਗਾ। ਸੋ ਅਗਰ ਬਹੁਤ ਜ਼ਿਆਦਾ ਕੁਝ ਨਹੀਂ ਕਰਨਾ ਚਾਹੁੰਦੇ, ਸਿੰਪਲ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਹੋਇਆ a + b + ab upon 100 ਤੇ ਨੰਬਰਸ ਕਿਉਂਕਿ ਡਿਸਕਾਊਂਟ ਹੈ ਨੈਗੇਟਿਵ ਚਾਹੋਗੇ -15 -10। ਮਾਈਨਸ ਮਾਈਨਸ ਕੀ ਹੁੰਦਾ ਵਾ ਪਲੱਸ। 2 ਨੰਬਰ ਮਲਟੀਪਲਾਈ ਕਰ ਰਹੇ ਹਾਂ 15 × 10 ਹੋ ਗਿਆ 150/100। 1 0 ਕੈਂਸਲ, 1 0 ਇੱਥੇ ਐਡਜਸਟ ਹੋ ਜਾਊਗਾ 1.5। तो मेरे को नंबर आ गया थे -25% प्लस 1.5%। ऑपोजिट साइड है तो माइनस डिक्रीज करांगे 25 से 1 माइनस की 24 मेरे को आंसर आ जाऊंगा 23.5 जो कि है नैगेटिव ਦੇ ਵਿੱਚ ਆਉਂਗਾ ਇੰਨੇ ਪਰਸੈਂਟੇਜ 23.5% ਜੋ ਹੈ ਸਾਡਾ ਆਨਸਰ ਹੋਊਗਾ। ਸੋ 25% ਮੈਨੂੰ ਦਿਖ ਰਿਹਾ ਵਾ। ਸੋ ਇਦਾਂ ਹੀ ਮਾਰਕੀਟਿੰਗ ਵਾਲੇ ਜਿਹੜੇ ਮੌਲਸ ਦੇ ਵਿੱਚ ਮਾਰਕੀਟਿੰਗ ਵਾਲੇ ਬੰਦੇ ਹੁੰਦੇ ਆ ਉਹ ਇਦਾਂ ਦੇ ਡਿਸਕਾਊਂਟਸ ਲੈ ਕੇ ਆਉਂਦੇ ਜੋ ਕਿ ਤੁਹਾਨੂੰ ਦੇਖਣ 'ਚ ਜ਼ਿਆਦਾ ਲੱਗਦੇ ਆ। ਐਕਚੁਅਲ ਦੇ ਵਿੱਚ 25% ਨਹੀਂ ਹੈ, ਐਕਚੁਅਲ ਦੇ ਵਿੱਚ ਕਿੰਨਾ ਵਾ 23.5% ਹੈ। ਠੀਕ ਹੈ ਜੀ, ਸਕਸੈਸਿਵ ਪਰਸੈਂਟੇਜ ਡਿਕਰੀਜ਼ ਵਾਲਾ ਕਨਸੈਪਟ ਹੈ। ਨੈਕਸਟ ਕੁਐਸਚਨ ਕਰਦੇ ਹਾਂ। ਕੈਲਕੂਲੇਟ ਦਾ ਸਿੰਗਲ ਡਿਸਕਾਊਂਟ। ਅਗੇਨ ਸੇਮ ਕੁਐਸਚਨ ਹੈ। ਹੁਣ 3 ਡਿਸਕਾਊਂਟਸ ਦਿੱਤੇ ਹੋਏ ਆ ਮੈਨੂੰ। ਠੀਕ ਹੈ, ਔਰ ਇੱਕ ਗੱਲ ਹੋਰ ਜਿੱਦਾਂ ਕਿ ਮੈਨੂੰ 3 ਨੰਬਰ ਦਿੱਤੇ ਹੋਏ ਤਾਂ ਮੈਂ 2 ਵਾਰ ਫਾਰਮੂਲਾ ਲਗਾਉਂਗਾ। 2 ਵਾਰ ਫਾਰਮੂਲਾ ਲਗਾਉਣ ਦੇ ਟਾਈਮ ਤੁਸੀਂ ਜਿਹੜੇ ਮੈਨੂੰ 3 ਵੈਲਿਊਜ਼ ਦਿੱਤੀਆਂ ਹੋਈਆਂ ਇਹਨਾਂ 'ਚੋਂ ਕੋਈ ਵੀ ਪਹਿਲਾਂ 2 ਵੈਲਿਊਜ਼ ਪਿਕ ਕਰ ਸਕਦੇ ਹੋ। ਅਸੀਂ ਆਪਣੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਪਿਕ ਕਰ ਸਕਦੇ ਹਾਂ। ਜਿੱਦਾਂ ਕਿ 10 ਨੂੰ ਲਾਸਟ ਦੇ ਵਿੱਚ ਮਲਟੀਪਲਾਈ ਕਰਨਾ ਬਹੁਤ ਈਜ਼ੀ ਹੁੰਦਾ ਵਾ, ਇਸ ਲਈ ਆਪਾਂ ਪਹਿਲਾਂ 2 20 ਤੇ 5 ਵੀ ਚੱਕ ਸਕਦੇ ਹਾਂ। ਅਗਰ ਮੰਨ ਲਓ 20% ਦਾ ਡਿਸਕਾਊਂਟ ਇੱਕ ਹੈ, 5% ਦਾ ਡਿਸਕਾਊਂਟ ਇੱਕ ਹੈ, ਮਾਈਨਸ ਮਾਈਨਸ ਕਿੰਨਾ ਹੋ ਗਿਆ ਪਲੱਸ। 20 ਨੂੰ ਅਗਰ ਮੈਂ 5 ਨਾਲ ਮਲਟੀਪਲਾਈ ਕਰੂੰਗਾ ਤਾਂ ਕਿੰਨਾ ਆਊਗਾ 100/100। ਇੱਥੇ 1% ਦਾ ਇਫੈਕਟ ਪਾਊਂਗਾ। -20 ਤੇ -5 -25 प्लस 1 ਕਿੰਨਾ ਇਫੈਕਟ ਪੈ ਗਿਆ -24%। ਇਹਦਾ ਮਤਲਬ ਅਗਰ ਸਿਰਫ 20 ਤੇ 5% ਦਾ ਡਿਸਕਾਊਂਟ ਹੁੰਦਾ ਤੇ ਉਹ 25% ਨਹੀਂ ਹੋਣਾ ਸੀ, 24% ਹੋਣਾ ਸੀ। ਹੁਣ ਮੇਰੇ ਕੋਲ ਰਹਿ ਗਿਆ 10%। ਸੋ -24 ਸਾਡੇ ਕੋਲ ਜਿਹੜਾ ਇੱਥੇ ਆਂਸਰ ਆਇਆ ਉਹ ਹੁਣ A ਬਣ ਜਾਊਗਾ ਪਲੱਸ B ਦੇ ਵਿੱਚ ਮੈਂ ਲਾਊਂਗਾ -10 ਕਿਉਂਕਿ ਡਿਸਕਾਊਂਟ ਹੋ ਰਿਹਾ ਵਾ। ਸੋ ਮਾਈਨਸ ਮਾਈਨਸ ਪਲੱਸ ਇੱਥੇ ਆਊਂਗਾ AB/100। ਮਾਈਨਸ ਮਾਈਨਸ ਪਲੱਸ ਹੁੰਦਾ ਵਾ 24 × 10 ਕਿੰਨਾ ਹੋਊਗਾ 240/100। 1 0 ਇੱਥੇ ਕੈਂਸਲ ਹੋ ਜਾਊਗਾ। ਇਹ 1 0 ਜੋ ਹੈ ਇੱਥੇ ਪੁਆਇੰਟ ਲਗਾਉਣ ਦੇ ਕੰਮ ਆਊਗਾ। ਇੱਥੇ ਮੇਰੇ ਕੋਲ ਨਜ਼ਰ ਆ ਰਿਹਾ -34% ਤੇ ਪਲੱਸ 2.4। ਠੀਕ ਹੈ, ਹੁਣ ਦੇਖੋ 34 ਚੋਂ 2 ਗਏ ਤਾਂ ਕਿੰਨੇ ਹੋ ਗਏ 32। 32 ਦੇ ਵਿੱਚੋਂ ਮਾਈਨਸ ਕੀ ਕਰਨਾ ਵਾ 0.4। ਜਦੋਂ ਇੱਕ ਦੇ ਵਿੱਚੋਂ 0.4 ਜਾਂਦਾ ਵਾ ਤਾਂ 0.6 ਆਉਂਦਾ ਵਾ। ਸੋ ਮੇਰਾ ਆਂਸਰ 0.6 ਵਾਲਾ ਹੋਊਗਾ। ਹਾਲਾਂਕਿ ਤੁਸੀਂ ਕੈਲਕੂਲੇਟ ਕਰੋਗੇ ਤਾਂ -31.60 ਇਹ 6 ਵਾਲਾ ਆ ਗਿਆ। ਤਾਂ ਸਾਡੇ ਕੋਲ ਇੱਕੋ ਹੀ ਆਪਸ਼ਨ ਹੈ 6 ਵਾਲਾ, ਬਾਕੀ ਕੋਈ ਵੀ ਆਪਸ਼ਨ ਇਹਨਾਂ ਮੈਚ ਨਹੀਂ ਕਰਦਾ। ਠੀਕ ਹੈ ਜੀ, ਹੋਪ ਤੁਹਾਨੂੰ ਇਹ ਸਮਝ ਆ ਰਿਹਾ ਹੋਊਗਾ। ਬਟ ਜਿਨ੍ਹਾਂ ਨੇ ਵੀ ਪਿਛਲੀ ਵੀਡੀਓ ਨਹੀਂ ਦੇਖੀ ਪਹਿਲਾਂ ਉਹ ਦੇਖ ਲਓ ਤਾਂ ਜੋ ਤੁਹਾਨੂੰ ਇਹ ਈਜ਼ੀਲੀ ਸਮਝ ਆ ਸਕੇ। ਪਿਛਲੀ ਵੀਡੀਓ ਦੇ ਵਿੱਚ ਪਹਿਲਾਂ ਹਾਫ ਐਨ ਆਵਰ ਦੇ ਵਿੱਚ ਸਾਰਾ ਕਨਸੈਪਟ ਹੀ ਸਮਝਾਇਆ ਸੀਗਾ। ਠੀਕ ਹੈ ਜੀ, ਚਲੋ ਨੈਕਸਟ ਦੇਖਦੇ ਹਾਂ। The price of the sugar increased by 20%. By what percent must a housewife reduce the consumption of the sugar? ठीक है, so that the expenditure sugar is same as before. ਹੁਣ ਇਹ ਕੁਐਸਚਨ ਵੀ
ਜਿਹੜਾ ਵਾ ਸਕਸੈਸਿਵ ਪਰਸੈਂਟੇਜ ਚਾਹੀਦਾ ਵਾ। ਅਸੀਂ ਇੱਕ ਚੀਜ਼ ਪੜ੍ਹੀ ਸੀ ਲਾਸਟ ਵੀਡੀਓ ਦੇ ਵਿੱਚ ਕਿ ਜੋ ਐਕਸਪੈਂਡੀਚਰ ਹੁੰਦਾ ਵਾ, ਘਰ ਦਾ ਖਰਚਾ ਹੁੰਦਾ, ਕਿਤੇ ਡਿਪੈਂਡ ਕਰਦਾ ਵਾ ਕਿ ਜਿਹੜਾ ਪ੍ਰੋਡਕਟ ਆਪਾਂ ਖਰੀਦ ਰਹੇ ਹਾਂ ਉਹਦਾ ਪ੍ਰਾਈਸ ਕਿੰਨਾ ਵਾ ਤੇ ਉਹਦੀ ਕੁਆਂਟੀਟੀ ਕਿੰਨੀ ਲੈ ਰਹੇ ਹਾਂ ਅਸੀਂ, ਠੀਕ ਹੈ। ਇਹ ਗੱਲ ਹੋਈ ਸੀ ਲਾਸਟ ਵੀਡੀਓ ਦੇ ਵਿੱਚ। ਕੁਆਂਟੀਟੀ ਇੱਥੇ ਜਿਹੜਾ ਵਰਡ ਯੂਜ਼ ਕੀਤਾ ਗਿਆ ਕੁਆਂਟੀਟੀ ਦੀ ਜਗ੍ਹਾ ਤੇ ਉਹ ਹੈ ਕੰਜ਼ੰਪਸ਼ਨ, ਠੀਕ ਹੈ। ਪ੍ਰਾਈਸ ਦੀ ਜਗ੍ਹਾ ਤੇ ਤਾਂ ਪ੍ਰਾਈਸ ਹੀ ਵਰਡ ਯੂਜ਼ ਕੀਤਾ ਹੋਇਆ ਵਾ। ਫਿਰ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਹੋਇਆ ਐਕਸਪੈਂਡੀਚਰ। ਉਹ ਕਹਿ ਰਹੇ ਆ ਕਿ ਅਗਰ ਕੋਈ ਚੀਜ਼ ਮੈਂ ਖਰੀਦਣ ਜਾ ਰਿਹਾ ਸੀ, ਮੰਨ ਲਓ ਮੈਂ ਸ਼ੂਗਰ ਖਰੀਦਣ ਜਾਂਦਾ ਸੀ ਹਰ ਵਾਰ, ਉਹਦਾ ਪ੍ਰਾਈਸ ਅਗਰ 20% ਤੋਂ ਵੱਧ ਗਿਆ, ਠੀਕ ਹੈ, 20% ਤੋਂ ਪ੍ਰਾਈਸ ਜੋ ਹੈ ਵੱਧ ਗਿਆ, ਉਹ ਕਹਿ ਰਿਹਾ ਕਿ ਮੈਂ ਆਪਣੀ ਕੰਜ਼ੰਪਸ਼ਨ ਨੂੰ ਅਗਰ ਪ੍ਰਾਈਸ ਵੱਧ ਗਿਆ, ਦੇਖੋ ਸਿੰਪਲ ਜੀ ਗੱਲ ਹੈ ਕਿ ਮੈਂ ਹਰ ਵਾਰ ਮੰਨ ਲਓ 100 ਰੁਪਏ ਲੈ ਕੇ ਜਾਂਦਾ ਸੀ, ਮੰਨ ਲੈਂਦੇ 20 ਰੁਪਏ ਕਿਲੋ ਸ਼ੂਗਰ ਹੈ, 100 ਰੁਪਏ ਲੈ ਕੇ ਜਾਂਦਾ ਸੀ ਤਾਂ 5 ਕਿਲੋ ਸ਼ੂਗਰ ਆਊਗੀ। ਪਰ ਹੁਣ ਇਸ ਵਾਰ ਜੋ ਸ਼ੂਗਰ ਹੈ ਉਹ 20 ਰੁਪਏ ਕਿਲੋ ਤੋਂ ਵੱਧ ਗਈ, ਠੀਕ ਹੈ। ਮੰਨ ਲਓ 20 ਰੁਪਏ ਕਿਲੋ ਤੋਂ, ਸੌਰੀ 100 ਰੁਪਏ ਕਿਲੋ ਕੋਈ ਚੀਜ਼ ਸੀਗੀ, ਮੰਨ ਲੈਂਦੇ ਆ ਇੱਦਾਂ ਦੇਖਦੇ ਹਾਂ ਇੱਕ ਵਾਰ ਕਿ 100 ਰੁਪਏ ਲੀਟਰ ਮੰਨ ਲਓ ਪੈਟਰੋਲ ਹੈ। ਸੋ ਪ੍ਰਾਈਸ ਆਪਾਂ ਦੇਖ ਲੈਂਦੇ ਕਿ 100 ਰੁਪਏ ਲੀਟਰ ਦਾ ਪੈਟਰੋਲ ਹੈ, ਮੈਂ 100 ਰੁਪਏ ਲੈ ਕੇ ਹੀ ਜਾਂਦਾ ਸੀ, ਠੀਕ ਹੈ, ਤੇ 1 ਲੀਟਰ ਪੈਟਰੋਲ ਆ ਗਿਆ। ਹੁਣ ਨੈਕਸਟ ਟਾਈਮ ਉਹ ਕਹਿ ਰਿਹਾ ਕਿ 20% ਪੈਟਰੋਲ, ਜਿੱਦਾਂ ਉਹ ਕਹਿ ਰਿਹਾ ਕਿ ਪ੍ਰਾਈਸ ਵੱਧ ਗਿਆ, ਤਾਂ ਪ੍ਰਾਈਸ ਕਿੰਨਾ ਹੋ ਜਾਊਗਾ 120 ਰੁਪੀਸ ਪਰ ਲੀਟਰ। ਹੁਣ ਇਸ ਕੁਐਸਚਨ 'ਚੋਂ ਕੀ ਕਹਿ ਰਿਹਾ ਵਾ ਕਿ ਮੇਰਾ ਜਿਹੜਾ ਖਰਚਾ ਹੈ ਉਹ ਸੇਮ ਹੀ ਹੋਣਾ ਚਾਹੀਦਾ। ਅਗਰ ਮੈਂ ਪਹਿਲਾਂ 100 ਰੁਪਏ ਖਰਚ ਰਿਹਾ ਸੀ, ਹੁਣ ਵੀ ਮੈਂ 100 ਰੁਪਏ ਖਰਚੂੰਗਾ। ਹੁਣ ਅਗਰ ਮੈਂ 100 ਰੁਪਏ ਖਰਚੂੰਗਾ, ਕਿਉਂਕਿ ਆਇਲ ਜਿਹੜਾ ਵਾ ਪੈਟਰੋਲ 120 ਰੁਪਏ ਲੀਟਰ ਹੈ, ਉਹ ਕਿੰਨਾ ਘੱਟ ਆਊਗਾ, ਮੈਂ ਆਹੀ ਦੱਸਣਾ ਵਾ ਕਿੰਨੇ ਪਰਸੈਂਟੇਜ ਘੱਟ, ਤਾਂ ਜੋ ਸਾਡਾ ਖਰਚਾ ਜੋ ਹੈ ਉਹ ਚੇਂਜ ਨਾ ਹੋਵੇ, ਸਾਡਾ ਜੋ ਖਰਚਾ ਹੈ ਉਹ ਚੇਂਜ ਨਾ ਹੋਵੇ। ਹੁਣ ਦੇਖੋ ਇੱਦਾਂ ਇੱਕ ਵਿਦਿਨ 10 ਸੈਕਿੰਡਸ ਦਾ ਕੁਐਸਚਨ ਹੈ, ਤੁਸੀਂ ਕੀ ਦੇਖਣਾ ਵਾ, ਦੇਖੋ ਜਦੋਂ ਮੈਨੂੰ ਉਹ ਕਹੇ ਕਿ ਮੇਰਾ ਐਕਸਪੈਂਡੀਚਰ ਚੇਂਜ ਨਹੀਂ ਹੋਣਾ ਚਾਹੀਦਾ, ਅਸੀਂ ਹੁਣ ਤੱਕ ਕੀ ਦੇਖਿਆ ਸੀ ਕਿ ਪ੍ਰਾਈਸ ਤੇ ਕੁਆਂਟੀਟੀ ਵਿੱਚ ਚੇਂਜ ਆਉਂਦਾ ਸੀ ਤਾਂ ਅਸੀਂ ਐਕਸਪੈਂਡੀਚਰ ਦਾ ਚੇਂਜ ਦੇਖ ਲੈਂਦੇ ਸੀ ਕਿੰਨਾ ਹੋਊਗਾ। ਹੁਣ ਇੱਥੇ ਜਿਹੜਾ ਚੇਂਜ ਹੈ ਉਹ 0% ਹੈ, ਤਾਂ ਮੈਂ ਕੀ ਦੇਖੂੰਗਾ, ਇੱਦਾਂ ਨਹੀਂ ਕਹਿਣਾ ਕਿ ਅਗਰ ਪ੍ਰਾਈਸ 20% ਵੱਧ ਗਿਆ ਤਾਂ ਕੁਆਂਟੀਟੀ ਨੂੰ ਆਪਾਂ 20% ਘੱਟ ਯੂਜ਼ ਕਰਾਂਗੇ, ਉਹ ਗਲਤ ਹੋ ਜਾਊਗਾ ਕਨਸੈਪਟ। ਪ੍ਰਾਈਸ ਧਿਆਨ ਨਾਲ ਦੇਖਿਓ, ਪ੍ਰਾਈਸ ਅਗਰ 100 ਤੋਂ ਮੈਂ ਮੰਨ ਲੈਣਾ 120 ਹੋ ਗਿਆ, ਉਹਨੇ ਕਿਹਾ 20% ਇਨਕਰੀਜ਼ ਹੋ ਗਿਆ ਤਾਂ ਮੈਂ ਲਿਖਤਾ 120। ਸੋ ਅਗਰ ਐਕਸਪੈਂਡੀਚਰ ਇਨਕਰੀਜ਼ ਨਹੀਂ ਹੋ ਰਿਹਾ ਤਾਂ ਮੇਰੀ ਜਿਹੜੀ ਕੰਜ਼ੰਪਸ਼ਨ ਹੈ, ਕੁਆਂਟੀਟੀ ਹੈ, ਉਹ ਮੈਨੂੰ ਕਿਸ ਪਰਸੈਂਟੇਜ 'ਚ ਰਿਡਿਊਸ ਕਰਨੀ ਪਾਊਗੀ, ਉਹ ਮੈਨੂੰ ਰਿਡਿਊਸ ਕਰਨੀ ਪਾਊਗੀ, ਇਹਦਾ ਰਿਵਰਸ ਲਿਖ ਦਿਓ 120 ਤੋਂ 100। ਦਾ ਮਤਲਬ ਪਹਿਲਾਂ ਮੈਂ 120 ਯੂਨਿਟ ਯੂਜ਼ ਕਰ ਰਿਹਾ ਸੀ ਕੁਆਂਟੀਟੀ ਦੇ, ਹੁਣ ਮੈਂ 100 ਯੂਨਿਟ ਕਰੂੰਗਾ। ਕਿੰਨਾ ਘੱਟ ਹੈ ਪਰਸੈਂਟੇਜ ਦੇ ਵਿੱਚ, ਮੈਂ ਦੇਖੂੰਗਾ ਕਿੰਨਾ ਘੱਟ ਹੈ, 20 ਘੱਟ ਹੈ ਕਿਹਦੇ ਉੱਤੇ, 120 ਦੇ ਉੱਤੇ। ਪਹਿਲਾਂ ਜਦੋਂ ਅਸੀਂ 20% ਇਨਕਰੀਜ਼ ਕੀਤਾ ਸੀਗਾ ਉਹ ਕਿਹਦੇ ਤੇ ਕੀਤਾ ਸੀ, 100 ਤੇ, ਹੁਣ ਘਟਾਣਾ ਕਿਤੇ 120 ਤੇ, ਸੋ 20 ਘਟਾਣਾ 120 ਤੇ, ਸੋ ਇੱਥੇ ਮੇਰੇ ਕੋਲ ਆ ਜਾਊਗਾ 1/6, 100 ਦਾ 6ਵਾਂ ਹਿੱਸਾ। ਅਗਰ ਮੈਂ 100 ਨਾਲ ਮਲਟੀਪਲਾਈ ਕਰਾਂ ਤਾਂ ਕੀ ਆ ਗਿਆ, 100 ਦਾ 6ਵਾਂ ਹਿੱਸਾ, ਜਾਂ ਮੈਂ ਕਹੂੰਗਾ 50 ਦਾ 3ਰਾ ਹਿੱਸਾ। ਸੋ ਆਪਸ਼ਨ ਜਿਹੜੇ ਆ ਇਸ ਫਾਰਮ 'ਚ ਦਿੱਤੇ ਹੋਏ ਆ 50/3 ਦੇ ਵਿੱਚ, ਠੀਕ ਹੈ ਜੀ। ਸੋ ਤੁਸੀਂ ਕੀ ਦੇਖਣਾ, ਅਗਰ ਮੇਰਾ ਐਕਸਪੈਂਡੀਚਰ ਹੈ ਵਾਲਾ ਵੇਰੀਏਬਲ ਚੇਂਜ ਨਹੀਂ ਹੋ ਰਿਹਾ ਤਾਂ 100 ਤੋਂ ਜਿਹੜੀ ਚੀਜ਼ 120 ਹੋ ਰਹੀ ਹੈ, 20% ਵੱਧ ਰਿਹਾ ਵਾ, ਅਸੀਂ 120 ਤੋਂ ਵਾਪਸ 100 ਲੈ ਜਾਵਾਂਗੇ, ਜੋ ਮੇਰਾ ਆਨਸਰ ਆਊਗਾ ਉਹੀ ਸਾਡੇ ਕੋਲ ਕੁਐਸਚਨ ਦਾ ਆਨਸਰ ਹੋਊਗਾ, ਠੀਕ ਹੈ ਜੀ। ਇਹਦੇ ਨਾਲ ਦੇ ਹੋਰ ਕੁਐਸਚਨਸ ਵੀ ਆਪਾਂ ਹੁਣ ਕਰਾਂਗੇ। ਇਹ ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਆਏ ਹੋਏ ਆ PSSB ਦੇ ਵਿੱਚ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਅਗੇਨ ਮੈਂ ਤੁਹਾਨੂੰ ਕਿਹਾ ਸੀ ਸਿਨੇਮਾ ਹਾਲ ਵਾਲਾ ਕੁਐਸਚਨ ਵੀ ਆਂਦਾ ਵਾ। ਐਂਟਰੈਂਸ ਟਿਕਟ ਆਫ ਦਾ ਸਿਨੇਮਾ ਹਾਲ ਵਾਸ ₹250। ਸੋ ਅਗਰ ਮੈਂ ਇਹਦੀ ਇਕੁਏਸ਼ਨ ਬਣਾਵਾਂ ਤਾਂ ਇਹਨਾਂ ਨੇ ਕਲੈਕਸ਼ਨ ਦੀ ਗੱਲ ਕੀਤੀ ਹੈ, ਅਸੀਂ ਲਿਖਾਂਗੇ ਸ਼ਾਮ ਨੂੰ ਅਗਰ ਕਿੰਨੀਆਂ ਟਿਕਟਸ ਵੇਚੀਆਂ ਉਹਨਾਂ ਕੋਲ ਕਿੰਨੀ ਕਲੈਕਸ਼ਨ ਹੁੰਦੀ ਹੈ, ਉਹ ਡਿਪੈਂਡ ਕਰਦਾ ਵਾ ਟਿਕਟ ਦਾ ਪ੍ਰਾਈਸ ਕਿੰਨਾ ਹੈ ਤੇ ਟਿਕਟ ਦੀ ਕਿੰਨੀਆਂ ਕੁਆਂਟੀਟੀ ਹੈ, ਸੀਟਸ ਕਿੰਨੀਆਂ ਵਾ ਉਹਨਾਂ ਕੋਲ, ਠੀਕ ਹੈ ਜੀ। ਇਹਦੇ ਤੇ ਡਿਪੈਂਡ ਕਰਦਾ ਹੈ। तो कह रहा है कि एक आप देख लेना कि एंट्रेंस टिकट जो है ਉਹਦਾ प्राइस दे रखा है कितना 250। सो मैं इत्थे लिख लेना कि एंट्रेंस टिकट ਦਾ प्राइस है 250। कह रहा है कि the sale of the tickets increase by 50%। sale of tickets ਦਾ मतलब ਹੁੰਦਾ quantity। अगर ਇਹ 50% ਤੋਂ increase ਹੋ ਗਈ when the price of the ticket was reduced but the collection recorded decrease of 17.5%। ਹੁਣ ਇਹਦੇ ਵਿੱਚ ਨਾ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਵਾ, ਉਹ ਕੀ ਕਹਿ ਰਿਹਾ ਵਾ ਤੁਹਾਨੂੰ ਕਿ ਕੁਆਂਟਿਟੀ ਦਾ 50% ਇਨਕਰੀਜ਼ ਕਰ ਗਈ, ਠੀਕ ਹੈ। ਉਹ ਮੈਨੂੰ ਪੁੱਛ ਰਿਹਾ ਕਿ ਦੱਸੋ ਇਹਨਾਂ ਨੇ ਪ੍ਰਾਈਸ ਜਿਹੜਾ ਵਾ ਕਿੰਨਾ ਰਿਡਿਊਸ ਕੀਤਾ ਹੋਊਗਾ। ਸੇਲ ਆਫ ਟਿਕਟਸ ਇਨਕਰੀਜ਼ ਬਾਈ 50% ਵੈਨ ਦਾ ਪ੍ਰਾਈਸ ਆਫ ਟਿਕਟ ਵਾਸ ਰਿਡਿਊਸ। ਪ੍ਰਾਈਸ ਜੋ ਟਿਕਟ ਦਾ ਕੀ ਹੈ ਰਿਡਿਊਸ ਕਰ ਦਿੱਤਾ ਗਿਆ ਬਟ ਦਾ ਕਲੈਕਸ਼ਨ ਰਿਕਾਰਡਡ ਡਿਕਰੀਜ਼ ਆਫ 17.5%। ਸੋ ਇੱਥੇ ਕਲੈਕਸ਼ਨ ਜਿਹੜੀ ਹੋਈ ਉਹ ਡਿਕਰੀਜ਼ ਹੋ ਗਈ 17.5%। ਧਿਆਨ ਨਾਲ ਸੁਣੋ, ਦੇਖੋ ਉਹਨਾਂ ਦੀ ਟਿਕਟਾਂ ਜਿਹੜੀਆਂ ਸੀ ਉਹ ਪਹਿਲੇ ਨਾਲੋਂ 50% ਜ਼ਿਆਦਾ ਵਿਕੀਆਂ ਤਾਂ ਕਲੈਕਸ਼ਨ ਜ਼ਿਆਦਾ ਹੋਣੀ ਚਾਹੀਦੀ ਸੀਗੀ, ਪਰ ਟਿਕਟ ਦਾ ਪ੍ਰਾਈਸ ਲੱਗਦਾ ਜ਼ਿਆਦਾ ਘਟਾ ਦਿੱਤਾ ਗਿਆ ਤਾਂ ਜੋ ਹੁਣ ਜਿਹੜੀ ਕਲੈਕਸ਼ਨ ਹੈ ਉਹ 17.5% ਪਹਿਲੇ ਨਾਲੋਂ ਘਟ ਗਈ, ਠੀਕ ਹੈ ਜੀ। ਹੁਣ ਉਹ ਮੈਨੂੰ ਪੁੱਛ ਰਿਹਾ ਵਾ ਕਿ ਦੱਸੋ ਵਟ ਵਾਜ਼ ਅ ਰਿਡਕਸ਼ਨ ਇਨ ਦਾ ਟਿਕਟ ਪ੍ਰਾਈਸ, ਕਿ ਜਿਹੜੀ 250 ਰੁਪਏ, ਹੁਣ ਇਹਨਾਂ ਨੇ ਪਰਸੈਂਟੇਜ ਨਹੀਂ ਪੁੱਛਿਆ, ਇਹਨਾਂ ਨੇ ਰੁਪੀਸ 'ਚ ਪੁੱਛਿਆ ਵਾ ਕਿ 250 ਵਾਲੀ ਟਿਕਟ ਨੂੰ
ਕਿੰਨਾ ਰਿਡਿਊਸ ਕਰ ਦਿੱਤਾ ਗਿਆ, ਰਿਡਿਊਸ ਕਰਨ ਤੋਂ ਬਾਅਦ ਕਿੰਨਾ ਪ੍ਰਾਈਸ ਆਇਆ ਇਹ ਨਹੀਂ ਪੁੱਛਿਆ। ਉਹਨੇ ਪੁੱਛਿਆ ਕਿ ਵਟ ਵਾਸ ਦ ਰਿਡਕਸ਼ਨ ਕਿੰਨੀ ਸੀਗੀ। ਹੁਣ ਆਪਾਂ ਰਿਡਕਸ਼ਨ ਦੇਖਣੀ ਹੈ। ਜਦੋਂ ਵੀ ਮੇਰੇ ਕੋਲ ਇਦਾਂ ਦਾ ਕੁਐਸਚਨ ਆ ਜਾਏ, ਮੰਨ ਲਓ ਮੈਨੂੰ ਉਹਨੂੰ ਪੁੱਛ ਲੈਂਦਾ ਕਿ ਪ੍ਰਾਈਸ ਕਿੰਨੇ % ਫਰਕ ਆਇਆ ਵਾ, ਤੁਸੀਂ ਧਿਆਨ ਰੱਖਣਾ ਵਾ ਇਦਾਂ ਦੇ ਕੁਐਸਚਨ ਨੂੰ ਕਿੱਦਾਂ ਕਰਨਾ ਵਾ। ਹੁਣ ਤੱਕ ਅਸੀਂ ਜਿਹੜੇ ਸਕਸੈਸਿਵ ਲਗਾ ਰਹੇ ਸੀ ਉਹ ਇਕੁਅਲ ਟੂ ਦੇ ਰਾਈਟ ਸਾਈਡ ਦੇ ਲਗਾ ਰਹੇ ਸੀ, ਪਰ ਹੁਣ ਇੱਥੇ ਮੈਨੂੰ ਆਹ ਵੈਲਿਊ ਪਹਿਲਾਂ ਹੀ ਦੇ ਦਿੱਤੀ ਹੈ। ਤੁਸੀਂ ਕੀ ਕਰਨਾ ਹੁੰਦਾ ਵਾ ਕਿ ਜਿਹੜੀ ਇਹ ਵੈਲਿਊ ਲਿਖੀ ਹੈ ਵਾਲੀ, ਇਹ 50% ਇਨਕਰੀਜ਼ ਹੈ। ਤੁਸੀਂ ਮੰਨ ਕੇ ਚੱਲਣਾ ਕਿ ਕਲੈਕਸ਼ਨ ਵੀ 100 ਸੀ, ਪ੍ਰਾਈਸ ਵੀ 100% ਸੀਗਾ ਤੇ ਕੁਆਂਟੀਟੀ ਵੀ 100% ਸੀਗੀ ਪਰਸੈਂਟੇਜ ਵਾਈਜ਼। ਅਗਰ ਇਹ 50% ਤੋਂ ਇਨਕਰੀਜ਼ ਹੋ ਗਈ ਤਾਂ ਕਿੰਨੀ ਹੋ ਗਈ 150%। ਅਗਰ ਇਹ 17.5% ਤੋਂ ਘਟ ਗਈ ਤਾਂ ਬਚੀ ਕਿੰਨੀ 82.5%। ਪ੍ਰਾਈਸ ਬਾਰੇ ਮੈਂ ਦੱਸਣਾ ਵਾ ਕਿ ਕੀ ਚੇਂਜ ਆਊਗਾ, ਠੀਕ ਹੈ ਜੀ। ਤੁਸੀਂ ਹਮੇਸ਼ਾ ਕੀ ਕਰਨਾ, ਇਕੁਅਲ ਟੂ ਦੇ ਰਾਈਟ ਸਾਈਡ ਤੋਂ ਇਸ ਸਾਈਡ ਆਣਾ ਵਾ। ਕਹਿੰਦਾ ਮਤਲਬ ਹੈ ਕਿ 150 ਤੋਂ ਅਸੀਂ 82.5 ਵੱਲ ਆਣਾ ਵਾ। ਹੁਣ ਇਹ ਨੰਬਰ ਇਧਰੋਂ ਦੀ ਵੱਡਾ ਵੀ ਹੋ ਸਕਦਾ, ਛੋਟਾ ਵੀ ਹੋ ਸਕਦਾ, ਕਿਉਂਕਿ ਹੁਣ 150 ਤੋਂ 82.5 ਜਾ ਰਿਹਾ, ਨੰਬਰ ਡਿਕਰੀਜ਼ ਕਰ ਰਿਹਾ ਵਾ। ਇਹਦਾ ਮਤਲਬ ਜਿਹੜਾ ਪ੍ਰਾਈਸ ਹੈ ਉਹ ਡਿਕਰੀਜ਼ ਕਰ ਗਿਆ। ਕਿੰਨੇ % ਕਰ ਗਿਆ ਇਹ ਅਸੀਂ ਦੇਖਣਾ ਵਾ, ਕਿੰਨੇ % ਇੱਥੇ ਕਰ ਗਿਆ। ਧਿਆਨ ਨਾਲ ਦੇਖੋ 50 ਤਾਂ ਸਿੱਧਾ ਸਿੱਧਾ ਵਾ, ਤੇ ਹੋਰ ਕਿੰਨਾ ਘਟਿਆ ਸੀਗਾ 17.5। ਸੋ ਬੇਸਿਕਲੀ ਇਹ ਰਿਡਿਊਸ ਹੋ ਰਿਹਾ ਵਾ 67.5% ਕਿਹਦੇ ਉੱਤੇ 150 ਦੇ ਉੱਤੇ। ਕਿੰਨਾ ਰਿਡਿਊਸ ਹੋ ਰਿਹਾ ਵਾ 150 ਤੋਂ 82.5 ਤੇ 67.5। ਸੋ ਬੇਸਿਕਲੀ ਇੱਕ ਅਗਰ ਮੈਨੂੰ ਪਰਸੈਂਟੇਜ ਨਿਕਾਲਣਾ ਹੁੰਦਾ ਤਾਂ 67.5 upon 150 into 100%। ਮੀਨਸ 100 ਚੋਂ ਕਿੰਨਾ। ਹੁਣ ਉਹ ਪੁੱਛ ਰਿਹਾ ਵਾ ਕਿ 250 ਤੋਂ ਕਿੰਨਾ ਰਿਡਿਊਸ ਹੋ ਗਿਆ। ਰਿਡਿਊਸ ਕਿੰਨਾ ਹੋਇਆ, ਮੈਂ ਇੱਥੇ ਲਿਖ ਦੇਣਾ 250 ਦਾ ਕਿੰਨਾ ਹੋ ਗਿਆ 67.5/150 ਘਟ ਗਿਆ। तो 250 ਦਾ ਕਿੰਨਾ ਬਣ ਗਿਆ। ਅਗਰ ਮੈਂ 100 ਕਰਦਾ ਵਾਂ ਤਾਂ % ਆਂਦਾ। % ਦਾ ਮੀਨਸ ਪਰ 100, ਮੈਂ ਪਰ 250 ਪਿੱਛੇ ਦੇਖਣਾ ਵਾ। ਸੋ ਅਗਰ ਮੈਂ ਦੇਖੋ 0 ਨਾਲ 0 ਕੈਂਸਲ, 5 3s ਆ ਐਂਡ 5 5s ਆ 25। ਅਗਰ ਮੈਂ 3 ਦੀ ਕਟਿੰਗ ਕਰਾਂ 3 2s ਆ 6 2s ਆ 6.5। ਠੀਕ ਹੈ ਜੀ। ਸੋ ਮੇਰਾ ਆंसर 0.5, क्योंकि 5 5 या 25 0.5 वाला आंसर आऊंगा, ये दोनों आंसर नहीं होंगे। ठीक है जी। सो जो मैंने देख के लग रहा वा, देखो 5 ਨੂੰ अगर 20 ਨਾਲ ਮਲਟੀਪਲਾਈ ਕਰੀਏ ਤਾਂ 100 बनता वा, 5 ਨੂੰ 2 ਨਾਲ ਕਰਾਂਗੇ ਤਾਂ 110। ਸੋ ਸਾਡਾ ਆंसर 110 ਦੇ ਕਰੀਬ ਹੋਣਾ ਚਾਹੀਦਾ, 150 ਵਾਲਾ ਨਹੀਂ ਹੋਊਗਾ। ਬਾਕੀ ਤੁਸੀਂ ਕੈਲਕੂਲੇਟ ਕਰਕੇ ਦੇਖ ਲਓ। 5 5s ਆ 25, 2 कैरी, 5 2s ਆ 10, 2 कैरी ਕੀਤਾ ਸੀ 12, 1 कैरी हो गया, 5 2s ਆ 10 एक 11। तो मेरा आंसर कितना आऊंगा 112 रुपए 50 पैसे। ਇਹ ਆਂਸਰ ਰੁਪੀਸ ਦੇ ਵਿੱਚ ਆਇਆ ਵਾ, ਕਿਉਂਕਿ ਉਹਨੇ ਮੈਨੂੰ ਕੀ ਪੁੱਛਿਆ ਵਾ, ਵਟ ਵਾਸ ਦ ਰਿਡਕਸ਼ਨ ਇਨ ਦਾ ਟਿਕਟ ਪ੍ਰਾਈਸ। ਪਰਸੈਂਟੇਜ ਨਹੀਂ ਪੁੱਛੀ। ਅਗਰ ਪਰਸੈਂਟੇਜ ਪੁੱਛੀ ਹੁੰਦੀ ਤਾਂ 67.5/150 ਨੂੰ 100 ਨਾਲ ਮਲਟੀਪਲਾਈ ਕਰ ਦਿੰਦੇ। ਹੁਣ ਇੱਥੋਂ ਧਿਆਨ ਨਾਲ ਸੁਣ ਲਓ ਇੱਕ ਵਾਰ ਦੁਬਾਰਾ। ਜਦੋਂ ਮੇਰੇ ਕੋਲ ਕਲੈਕਸ਼ਨ ਇਜ਼ ਇਕੁਅਲ ਟੂ ਪ੍ਰਾਈਸ ਇਨਟੂ ਕੁਆਂਟੀਟੀ ਆ ਗਿਆ, ਤੁਸੀਂ ਯਾਦ ਰੱਖਣਾ ਵਾ ਜਦੋਂ ਮੇਰੇ ਕੋਲ ਇਹਨਾਂ ਦੋਨਾਂ ਵੇਰੀਏਬਲਸ ਦੇ ਵਿੱਚੋਂ ਇੱਕ ਵੇਰੀਏਬਲ ਮਿਸਿੰਗ ਹੈ, ਉਹਨੇ ਮੈਨੂੰ ਪ੍ਰਾਈਸ ਬਾਰੇ ਪੁੱਛਿਆ ਵਾ, ਤਾਂ ਮੈਂ ਕੀ ਕਰਨਾ ਹੁੰਦਾ ਵਾ, ਅਗਰ ਇਹ ਕੁਆਂਟੀਟੀ ਇਨਕਰੀਜ਼ ਡਿਕਰੀਜ਼ ਹੋਈ ਹੈ ਤਾਂ 100 ਦੇ ਵਿੱਚੋਂ ਵਧਾ ਘਟਾ ਕੇ ਲਿਖ ਦਿਓ। 50% ਲਿਖਿਆ ਸੀ ਤਾਂ ਮੈਂ 150 ਲਿਖਤਾ। ਇਹ 100 ਚੋਂ ਘਟ ਗਈ ਕਿੰਨੀ 17.5% ਤੱਕ ਕਿੰਨੀ ਰਹਿ ਗਈ 82.5%। ਆਪਾਂ ਰਾਈਟ ਸਾਈਡ ਤੋਂ ਲੈਫਟ ਸਾਈਡ ਆਣਾ ਵਾ, ਚਾਹੇ ਇਨਕਰੀਜ਼ ਕਰ ਰਿਹਾ ਹੋਵੇ ਚਾਹੇ ਡਿਕਰੀਜ਼ ਕਰ ਰਿਹਾ ਹੋਵੇ। ਇਸ ਕੇਸ ਦੇ ਵਿੱਚ ਕੀ ਹੈ, ਡਿਕਰੀਜ਼ ਕਰ ਰਿਹਾ ਵਾ। ਕਿੰਨਾ 67.5 ਅਪੋਨ ਡਿਕਰੀਜ਼ ਕਿੱਥੋਂ ਕਰ ਰਿਹਾ ਵਾ 150 ਤੋਂ। 67.5 ਡਿਵਾਈਡ ਬਾਈ 150 ਇਨਟੂ, ਹੁਣ 100 ਨਾ ਕਰਦਾ ਤਾਂ ਪਰਸੈਂਟੇਜ ਆ ਜਾਂਦਾ, ਪਰ ਉਹ ਪੁੱਛ ਰਿਹਾ ਕਿ 250 ਵਾਲੀ ਟਿਕਟ ਦਾ ਕਿੰਨੇ ਪ੍ਰਾਈਸ ਹੋ ਗਿਆ, ਕਿੰਨਾ ਡਿਕਰੀਜ਼ ਹੋਇਆ, ਕਿੰਨਾ ਘਟ ਗਿਆ। ਸੋ ਜਿਹੜੀ 250 ਵਾਲੀ ਟਿਕਟ ਸੀ ਉਹ 112 ਰੁਪਏ 50 ਪੈਸੇ ਘਟ ਗਈ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ। The price of the wheat falls by 20%. By how much wheat in kg can be purchased now with the money that was sufficient to buy 20 kg? ਹੁਣ ਧਿਆਨ ਨਾਲ ਸੁਣੋ। ਉਹ ਕਹਿ ਰਿਹਾ ਵਾ ਕਿ ਵੀਟ ਦਾ ਪ੍ਰਾਈਸ 20% ਤੋਂ ਵੱਧ ਗਿਆ। ਪ੍ਰਾਈਸ ਦੀ ਅਗਰ ਮੈਂ ਗੱਲ ਕਰਾਂ ਤੇ ਪਹਿਲਾਂ ਅਗਰ 100 ਸੀਗਾ ਤਾਂ 20% ਵਧਣ ਨਾਲ ਕਿੰਨਾ ਹੋ ਗਿਆ 120। ਕਹਿੰਦਾ ਬਾਈ ਹਾਊ ਮਚ ਵੀਟ ਕੇਜੀ ਕੈਨ ਬੀ ਪਰਚੇਜ਼ ਨਾਓ। ਦੇਖੋ ਜਦੋਂ ਪ੍ਰਾਈਸ ਘਟੂਗਾ ਤਾਂ ਆਪਾਂ ਚੀਜ਼ ਜ਼ਿਆਦਾ ਖਰੀਦ ਸਕਦੇ ਹਾਂ, ਅਗਰ ਅਸੀਂ ਆਪਣਾ ਬਜਟ ਇਨਕਰੀਜ਼ ਨਹੀਂ ਕਰਨਾ। ਠੀਕ ਹੈ। ਹਾਊ ਮਚ ਵੀਟ ਇਨ ਕੇਜੀ ਕੈਨ ਬੀ ਪਰਚੇਜ਼ ਨਾਓ ਵਿਦ ਦ ਮਨੀ ਦੈਟ ਵਾਸ ਸਫੀਸ਼ੀਐਂਟ। ਇਹਦਾ ਮਤਲਬ ਜਿਹੜੇ ਪੈਸੇ ਹੈ, ਜੋ ਐਕਸਪੈਂਡੀਚਰ ਹੈ, ਖਰਚਾ ਹੈ, ਉਹ ਨਹੀਂ ਚੇਂਜ ਹੋਣਾ ਚਾਹੀਦਾ। ਉਹ ਕਹਿੰਦਾ ਕਿ ਜਿੰਨਾ ਪੈਸਾ ਪਹਿਲਾਂ ਲੈ ਕੇ ਜਾਂਦਾ ਸੀ ਉਹਦੇ ਨਾਲ ਹੀ ਦੱਸੋ ਹੁਣ ਕਿੰਨੀ ਚੀਜ਼ ਜ਼ਿਆਦਾ ਆਉਂਗੀ ਅਗਰ 20% ਪ੍ਰਾਈਸ ਫਾਲ ਕਰ ਗਿਆ। ਤਾਂ ਜਦੋਂ ਪ੍ਰਾਈਸ ਅਗਰ 20% ਵੱਧ ਜਾਂਦਾ ਹੈ, ਸੌਰੀ ਫਾਲ ਕੀਤਾ, ਆਪਾਂ 80 ਲਿਖ ਦਾਂਗੇ ਇੱਥੇ। ਪ੍ਰਾਈਸ ਕੀ ਹੈ 20% ਘਟ ਗਿਆ ਤਾਂ ਕਿੰਨਾ ਆ ਗਿਆ 80 ਆ ਗਿਆ। ਹੁਣ ਜਿਹੜੀ ਸਾਡੀ ਕੰਜ਼ੰਪਸ਼ਨ ਹੈ, ਬੇਸਿਕਲੀ ਕਿੰਨੀ ਚੀਜ਼ ਹੋਰ ਖਰੀਦ ਸਕਦੇ ਆ, ਦਾ ਮਤਲਬ ਕੰਜ਼ੰਪਸ਼ਨ ਦੀ ਗੱਲ ਕਰ ਰਿਹਾ ਵਾ। ਕੰਜ਼ੰਪਸ਼ਨ ਸਾਡੀ ਵੱਧ ਜਾਊਗੀ 80 ਤੋਂ 100। ਕੰਜ਼ੰਪਸ਼ਨ ਕਿੰਨੀ ਵੱਧ ਜਾਊਗੀ 80 ਤੋਂ 100। ਦੇਖੋ ਇਹ ਵੈਲਿਊਜ਼ ਜੋ ਮੈਂ ਲਿਖੀਆਂ ਵਾ ਇਹ ਹਾਈਪੋਥੈਟੀਕਲ ਹੈ 100 ਦੇ ਬੇਸ ਤੇ। ਉਹਨਾਂ ਨੇ 20 kg ਬਾਰੇ ਪੁੱਛਿਆ ਵਾ। ਠੀਕ ਹੈ। ਅਗਰ ਪਹਿਲਾਂ 20 ਕਿਲੋ ਤੁਸੀਂ ਲੈ ਸਕਦੇ ਸੀ ਤਾਂ ਹੁਣ ਕਿੰਨੇ ਕਿਲੋ ਲੈ ਰਹੇ ਹੋ ਉਹ ਦੱਸਣਾ ਵਾ। ਇੱਥੇ ਮੇਰੇ ਕੋਲ ਆਂਸਰ ਆਊਗਾ ਪਰਸੈਂਟੇਜ ਕਿੰਨੀ ਜ਼ਿਆਦਾ ਲੈ ਸਕਦਾ ਵਾ।
ਪ੍ਰਾਈਸ ਅਗਰ ਘਟ ਗਿਆ ਤਾਂ ਕਿੰਨੀ ਕੰਜ਼ੰਪਸ਼ਨ ਆਪਾਂ ਜ਼ਿਆਦਾ ਕਰ ਸਕਦੇ, ਪਰਸੈਂਟੇਜ ਵਿੱਚ ਉਹ ਆਊਗਾ। ਸੋ ਕਿੰਨੀ ਕਰ ਸਕਦੇ ਆ, 20 ਜ਼ਿਆਦਾ ਕਰ ਸਕਦੇ ਆ, ਕਿਹਦੇ ਉੱਤੇ, 80 ਦੇ ਉੱਤੇ। ਸੋ 20/80 ਜਾਂ ਮੈਂ ਇੱਥੇ ਲਿਖੂੰਗਾ 1/4, 1/4 ਹੁੰਦਾ ਵਾ 25%। ਪਹਿਲੇ ਨਾਲੋਂ 25% ਜ਼ਿਆਦਾ ਆਪਾਂ ਚੀਜ਼ ਖਰੀਦ ਸਕਦੇ ਆ। ਪਹਿਲਾਂ ਚੀਜ਼ ਆ ਰਹੀ ਸੀ 20 ਕਿਲੋ, ਇਹਦਾ 25% ਕਿੰਨਾ ਹੁੰਦਾ ਵਾ, 25% ਹੁੰਦਾ ਵਾ 1/4। ਪਹਿਲਾਂ ਕੰਜ਼ੰਪਸ਼ਨ ਸੀਗੀ 20, ਇਹਦਾ 25% ਜੋ ਹੈ ਸਾਡੇ ਕੋਲ ਆਊਗਾ 1/4। ਇਹਦਾ ਮਤਲਬ ਹੁਣ ਅਸੀਂ 5 ਕਿਲੋ ਚੀਜ਼ ਜ਼ਿਆਦਾ ਲੈ ਸਕਦੇ ਹਾਂ। ਪਹਿਲਾਂ 20 ਲੈ ਰਹੇ ਸੀ, 20 ਤੇ 5 25, ਹੁਣ 25 ਲੈ ਸਕਦੇ ਹਾਂ। ਦੇਖੋ ਇੱਥੇ 25% ਆਇਆ, ਇਹ ਸਾਡਾ ਆਨਸਰ ਨਹੀਂ ਹੈ। ਤੇ ਬਾਈ ਚਾਂਸ 25% ਆਨਸਰ ਆ ਗਿਆ ਤਾਂ ਸਾਡਾ ਆਨਸਰ ਵੀ 25 ਹੈ, ਪਰ ਇਹ 'ਤੇ ਡਿਪੈਂਡ ਕਰਦਾ ਹੁੰਦਾ ਵਾ ਕਿ ਇੱਥੇ ਵੈਲਿਊ ਕੀ ਦਿੱਤੀ ਹੋਈ ਹੈ। ਅਗਰ ਇੱਥੇ ਵੈਲਿਊ 200 ਦਿੱਤੀ ਹੁੰਦੀ ਤਾਂ ਆਨਸਰ 250 ਆਉਣਾ ਸੀਗਾ। ਠੀਕ ਹੈ ਜੀ। ਸੋ ਬੇਸਿਕਲੀ ਮੈਂ ਇਸ ਨੰਬਰ ਦਾ 25% ਵਧਾਉਣਾ ਵਾ। ਅਸੀਂ ਹੁਣ ਅਗਰ ਪ੍ਰਾਈਸ 20% ਘਟ ਜਾਂਦਾ ਵਾ ਤੇ ਅਸੀਂ ਕੰਜ਼ੰਪਸ਼ਨ ਨੂੰ 25% ਵਧਾ ਸਕਦੇ ਹਾਂ। ਠੀਕ ਹੈ ਜੀ। ਇੰਨੀ ਚੀਜ਼ ਸੇਮ ਪੈਸੇ ਲਈ ਆਪਾਂ ਹੋਰ ਲੈ ਸਕਦੇ ਹਾਂ। ਚਲਿਏ ਨੈਕਸਟ ਕੁਐਸਚਨ ਤੇ ਚਲੋ। ਦਾਲ ਇਜ਼ ਨਾਓ ਬੀਂਗ ਸੋਲਡ ਐਟ, ਦਾਲ ਜਿਹੜੀ ਹੈ ਹੁਣ 20 ਰੁਪਏ ਕਿਲੋ ਵਿਕ ਰਹੀ ਹੈ। ਡਿਊਰਿੰਗ ਦ ਲਾਸਟ ਮੰਥ ਇਟ ਰੇਟ ਵਾਸ 16 ਪਰ kg। ਪਿਛਲੇ ਮੰਥ 16 ਰੁਪਏ ਕਿਲੋ ਰੇਟ ਸੀਗਾ, ਜੋ ਕਿ ਵੱਧ ਕੇ ਹੁਣ ਕਿੰਨਾ ਹੋ ਗਿਆ, 20 ਰੁਪਏ ਕਿਲੋ। ਬਾਈ ਹਾਊ ਮਚ ਪਰਸੈਂਟ ਸ਼ੁੱਡ ਅ ਫੈਮਿਲੀ ਰਿਡਿਊਸ ਦੀ ਕੰਜ਼ੰਪਸ਼ਨ ਸੋ ਐਸ ਟੂ ਕੀਪ ਦ ਐਕਸਪੈਂਡੀਚਰ। ਕਹਿੰਦਾ ਕਿ ਪਿਛਲੇ ਮਹੀਨੇ 16 ਰੁਪਏ ਕਿਲੋ ਸੀਗੀ ਦਾਲ, ਇਸ ਵਾਰ 20 ਰੁਪਏ ਕਿਲੋ ਮਿਲ ਰਹੀ ਹੈ। ਸੋ ਇਹ ਪ੍ਰਾਈਸ ਦੀ ਗੱਲ ਕਰਾਂਗੇ। ਉਹ ਕਹਿੰਦਾ ਕਿ ਅਗਰ ਕਿਸੇ ਫੈਮਿਲੀ ਦਾ ਬਜਟ ਇਨਕਰੀਜ਼ ਨਹੀਂ ਹੋ ਰਿਹਾ ਤਾਂ ਦੱਸੋ ਉਹਦੀ ਜਿਹੜੀ ਕੰਜ਼ੰਪਸ਼ਨ ਹੈ ਉਹਨੂੰ ਕਿੰਨੀ ਚੀਜ਼ ਮਿਲਣੀ ਚਾਹੀਦੀ ਹੈ, ਉਹ ਕਿੰਨੇ ਪਰਸੈਂਟ ਘਟ ਗਈ। 16 ਰੁਪਏ ਕਿਲੋ ਦੇ ਹਿਸਾਬ ਨਾਲ ਜਿੰਨੀ ਉਹ ਚੀਜ਼ ਖਰੀਦ ਰਿਹਾ ਸੀ, ਮੰਨ ਲਓ 100 ਰੁਪਏ ਦੀ ਜਿੰਨੀ ਖਰੀਦੀ, ਹੁਣ ਉਹ 100 ਰੁਪਏ 'ਚ ਕਿੰਨੇ ਪਰਸੈਂਟ ਘੱਟ ਆਊਗੀ। ਤਾਂ ਯਾਦ ਰੱਖਣਾ, ਜਦੋਂ ਪ੍ਰਾਈਸ 16 ਤੋਂ 20 ਵੱਧ ਗਿਆ ਤਾਂ ਉਹਦੀ ਕੰਜ਼ੰਪਸ਼ਨ ਜਿਹੜੀ ਹੈ ਉਹ 20 ਤੋਂ 16 ਹੋ ਜਾਊਗੀ। ਸੇਮ ਹੀ ਹੈ ਕਨਸੈਪਟ, ਚੇਂਜ ਨਹੀਂ ਹੋਊਗਾ। ਸੋ ਕੰਜ਼ੰਪਸ਼ਨ ਕਿੰਨੀ ਹੈ, 20 ਤੋਂ 16 ਹੋ ਜਾਊਗੀ। ਕਿੰਨੀ ਘਟ ਗਈ, 4 ਘਟ ਗਈ। ਕਿਹਦੇ ਉੱਤੇ, 20 ਦੇ ਉੱਤੇ। ਸੋ ਇੱਥੇ ਕੀ ਹੋਗਾ, 4 1s are 4, ਇੱਥੇ ਕਿੰਨਾ ਆ ਗਿਆ 5। ਸੋ 1/5 ਹੁੰਦਾ ਸਾਡੇ ਕੋਲ 20%। ਉਹਦੀ ਜਿਹੜੀ ਕੰਜ਼ੰਪਸ਼ਨ ਹੈ ਉਹ ਕਿੰਨੀ ਘਟ ਜਾਊਗੀ, 20% ਤੋਂ ਘਟ ਜਾਊਗੀ। ਠੀਕ ਹੈ ਜੀ। ਅੱਛਾ, ਇੱਕ ਹੋਰ ਗੱਲ ਹੈ ਕਿ ਜਿਹੜੀਆਂ ਫ੍ਰੈਕਸ਼ਨਸ ਹੈਗੀਆਂ ਵਾ, ਇਹ ਵੀ ਵੈਰੀ ਇੰਪੋਰਟੈਂਟ ਪਾਰਟ ਆਫ ਮੈਥਸ ਹੈ। ਬਿਨਾਂ ਫ੍ਰੈਕਸ਼ਨਸ ਤੋਂ ਵੀ ਪੇਪਰ ਕਲੀਅਰ ਕਰਨਾ ਮੁਸ਼ਕਿਲ ਹੁੰਦਾ ਵਾ, ਜਲਦੀ ਨਹੀਂ ਪੇਪਰ ਕਲੀਅਰ ਹੁੰਦਾ। ਸੋ 1/1 ਤੋਂ ਲੈ ਕੇ ਮਿਨੀਮਮ 1/20 ਤੱਕ ਦੀਆਂ ਫ੍ਰੈਕਸ਼ਨਸ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਵਾ। ਜਿੱਦਾਂ ਕਿ ਅਸੀਂ ਦੇਖਿਆ 1/5 ਹੈ 20%, ਪਿਛਲੇ ਕੁਐਸਚਨ 'ਚ ਆਇਆ ਸੀ 1/4 ਆਪਾਂ ਕਿਹਾ 25%। ਸੋ ਵੈਲਿਊਜ਼ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਟਰਾਈ ਕਰੂੰਗਾ ਇਹਦੀ ਵੀਡੀਓ ਇੱਕ ਸੈਪਰੇਟ ਬਣਾ ਦੂੰਗਾ। ਠੀਕ ਹੈ, ਫ੍ਰੈਕਸ਼ਨਸ ਦੀ ਬਹੁਤ ਇੰਪੋਰਟੈਂਟ ਪਾਰਟ ਹੈ। ਨੈਕਸਟ ਕੁਐਸਚਨ ਕਰਦੇ ਹਾਂ। क्वेश्चन रीड करो। द कंजप्शन ऑफ अ पर्टिकुलर कमोडिटी इंक्रीज बाय 30%। ਜਿਹੜੀ ਕੰਜ਼ੰਪਸ਼ਨ ਹੈ ਉਹ ਕਿੰਨੀ ਇਨਕਰੀਜ਼ ਕਰ ਗਈ, 30%। ਸੋ ਮੈਂ ਕਹਿ ਸਕਦਾ ਹਾਂ ਕਿ ਅਗਰ ਪਹਿਲਾਂ 100 ਸੀਗੀ ਤਾਂ ਹੁਣ ਹੋ ਗਈ 130। ਬਟ ਦ ਐਕਸਪੈਂਡੀਚਰ ਡਿਕਰੀਜ਼ ਬਾय 20%। ਐਕਸਪੈਂਡੀਚਰ 20% ਤੋਂ ਘਟ ਗਿਆ। ਫਾਈਂਡ ਦ ਪਰਸੈਂਟੇਜ ਚੇਂਜ ਇਨ ਪ੍ਰਾਈਸ। ਸੋ ਮੇਰੇ ਕੋ ਕੀ ਹੈ, ਪ੍ਰਾਈਸ ਬਾਰੇ ਦੱਸਣਾ ਵਾ। ਧਿਆਨ ਨਾਲ ਸੁਣੋ। ਸਾਡੇ ਕੋਲ ਜਿਹੜਾ ਐਕਸਪੈਂਡੀਚਰ ਹੈ ਉਹ ਕਿਹਦੇ ਬਰਾਬਰ ਹੁੰਦਾ ਵਾ, ਪ੍ਰਾਈਸ ਇਨਟੂ ਕੁਆਂਟਿਟੀ। ਕੁਆਂਟਿਟੀ ਦਾ ਮਤਲਬ ਹੁੰਦਾ ਸਾਡੇ ਕੋਲ ਕੰਜ਼ੰਪਸ਼ਨ ਦਾ। ਸੋ ਕਹਿੰਦਾ ਕਿ ਅਗਰ ਕੰਜ਼ੰਪਸ਼ਨ 30% ਵੱਧ ਗਈ, ਹੁਣ ਪ੍ਰਾਈਸ ਕਹਿੰਦਾ ਕਿੰਨੇ ਪਰਸੈਂਟ ਚੇਂਜ ਆਊਗਾ। ਪ੍ਰਾਈਸ ਦਾ ਚੇਂਜ ਦੱਸਣਾ ਮੈਨੂੰ। ਪ੍ਰਾਈਸ ਜਿਹੜਾ ਵਾ ਉਹ ਇਹਦਾ ਰਿਵਰਸ ਲਿਖੀਦਾ 130 ਤੋਂ ਕਿੰਨਾ। ਦੇਖੋ ਹੁਣ ਤੱਕ ਜਿਹੜੇ ਕੁਐਸਚਨਸ ਆ ਰਹੇ ਸੀ ਨਾ, ਉਹ 'ਚ ਮੈਂ ਕੀ ਕਹਿ ਰਿਹਾ ਸੀ, ਜਿੱਦਾਂ ਕਿ ਇਹ ਕਹਿ ਰਿਹਾ ਵਾ ਕਿ ਕੰਜ਼ੰਪਸ਼ਨ ਜਿਹੜੀ ਹੈ ਉਹ 30% ਇਨਕਰੀਜ਼ ਹੋ ਗਈ। ਅਗਰ ਸਾਡਾ ਖਰਚਾ ਆਪਾਂ ਨਹੀਂ ਵਧਾਉਣਾ ਚਾਹੁੰਦੇ, ਦੱਸੋ ਪ੍ਰਾਈਸ ਕਿੰਨਾ ਘਟੂਗਾ। ਇਹੀ ਕੁਐਸਚਨ ਸੀਗਾ। ਤਾਂ ਮੈਂ ਕੀ ਕਰਦਾ ਸੀ, ਰਿਵਰਸ ਕਰ ਦਿੰਦਾ ਸੀ 100 ਤੋਂ 130, 130 ਤੋਂ ਵਾਪਸ 100। ਹੁਣ ਅਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਵਾ, ਜਦੋਂ ਸਾਨੂੰ ਕਹਿ ਰਿਹਾ ਕਿ ਐਕਸਪੈਂਡੀਚਰ ਜਿਹੜਾ ਵਾ ਉਹਨੇ ਘਟਾਤਾ ਕਿੰਨਾ, ਐਕਸਪੈਂਡੀਚਰ ਉਹਨੇ ਘਟਾਤਾ 80%। ਸੋ ਖਰਚਾ ਸਾਡਾ ਕਿੰਨਾ ਘਟ ਗਿਆ, ਸੋ 80% ਦਾ ਮਤਲਬ ਕੀ ਹੈ, 20% ਘਟ ਗਿਆ। ਮੀਨਸ ਅਸੀਂ ਪਹਿਲਾਂ ਅਗਰ 100 ਰੁਪਏ ਖਰਚਾ ਕਰ ਰਹੇ ਸੀਗੇ, ਅਗਰ ਪਹਿਲਾਂ ਇੱਥੇ ਮੈਂ 100 ਰੁਪਏ ਤੇ ਲੈ ਕੇ ਆਊਂਗਾ ਤਾਂ ਉਤੋਂ ਵੀ 20% ਖਰਚਾ ਘਟਾ ਦਿੱਤਾ। ਸੋ ਬੇਸਿਕਲੀ ਹੁਣ ਵਾਪਸ ਆਪਾਂ 100 ਤੇ ਨਹੀਂ ਆਉਣਾ, ਇੱਥੇ ਆਪਾਂ 80 ਤੇ ਵਾਪਸ ਆਉਣਾ ਵਾ। ਜਦੋਂ ਉਹ ਕਹਿੰਦਾ ਮੈਂ ਖਰਚਾ, ਮੰਨ ਲਓ ਕਹਿੰਦੇ ਖਰਚਾ ਵਧਾ ਦਿੱਤਾ 10%, ਤਾਂ ਮੈਂ 110 ਤੇ ਆਉਂਦਾ। ਅਗਰ ਉਹ 10% ਖਰਚਾ ਵਧਾਉਂਦਾ ਤਾਂ ਮੈਂ ਲਿਖਦਾ 110। ਅਗਰ ਉਹ ਕਹਿੰਦਾ 20% ਖਰਚਾ ਵਧਾਤਾ ਤਾਂ ਮੈਂ ਲਿਖਦਾ 120। ਪਰ ਹੁਣ ਤੁਸੀਂ ਦੇਖੋ ਕਿ ਪ੍ਰਾਈਸ ਵੀ ਵੱਧ ਗਿਆ ਤੇ ਅਸੀਂ ਖਰਚਾ ਵੀ ਘਟਾ ਦਿੱਤਾ। ਤੇ ਬੇਸਿਕਲੀ ਹੁਣ 130 ਤੋਂ ਵਾਪਸ ਆਪਾਂ ਜਾਵਾਂਗੇ 80। ਕਿੰਨਾ ਘਟਾਤਾ, 50। ਕਿਹਦੇ ਉੱਤੇ, 1/30 ਦੇ ਉੱਤੇ। ਸੋ ਹੁਣ ਕੀ ਹੈ, ਇਹਦੀ ਵੈਲਿਊ ਹੈ, ਜਾਂ ਤਾਂ ਮੈਂ 100 ਨਾਲ ਮਲਟੀਪਲਾਈ ਕਰਾਂ ਜਾਂ ਮੈਂ ਕੀ ਕਰੂੰਗਾ, 1/13 ਦੀ ਵੈਲਿਊ ਹੁੰਦੀ ਹੈ 7.69। 1/13 ਇੰਟੂ 100 ਦੀ ਵੈਲਿਊ ਹੁੰਦੀ 7.69। ਇਹਦਾ 5ਵਾਂ ਮਲਟੀਪਲ ਕੱਢਣਾ ਵਾ।
ठीक है जी। सो 9 5 45, 5 6 30 34 एंड 7 35 38। तो 38 45 आंसर आऊंगा। 38 वाला केड़ा ऑप्शन है साडे को? 38 46 38 45 ये वाला ऑप्शन है साडे। ठीक है जी, क्योंकि ये घटना वा 132 80। तो याद रखना ਜਦੋਂ ਵੀ ਸਾਡੇ ਕੋ ਐਕਸਪੈਂਡੀਚਰ ਦੇ ਵਿੱਚ ਚੇਂਜ ਆ ਜਾਂਦਾ ਵਾ ਤਾਂ ਆਪਾਂ 100 ਚੋਂ ਨਾ ਚੇਂਜ ਕਰ ਦਿੰਦੇ। ਐਕਸਪੈਂਡੀਚਰ ਪਹਿਲਾਂ 100 ਸੀਗਾ, ਹੁਣ 20% ਘਟ ਕੇ ਕਿੰਨਾ ਰਹਿ ਗਿਆ? 80 ਰਹਿ ਗਿਆ। ਸੋ ਇਹਦਾ ਮਤਲਬ ਆਪਾਂ 130 ਤੋਂ ਵਾਪਸ 80 ਤੇ ਆਣਾ ਵਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। The price of the petrol increased by 20%. ਸੋ ਆਪਾਂ ਲਿਖਾਂਗੇ ਪ੍ਰਾਈਸ ਪਹਿਲਾਂ ਕਿੰਨਾ ਸੀਗਾ? 100, ਹੁਣ 20% ਵੱਧ ਕੇ ਕਿੰਨਾ ਹੋ ਗਿਆ? 120। by what percent should consumption be reduced? consumption ਆਪਾਂ ਕਿੰਨੀ ਰਿਡਿਊਸ ਕਰੀਏ? ਪਹਿਲਾਂ ਕੰਡੀਸ਼ਨ ਪੜ੍ਹ ਲੈਂਦੇ ਆ। consumption reduce 120 ਤੋਂ ਹੋਣੀ ਆ। ਠੀਕ ਹੈ, ਰਿਵਰਸ। if the expenditure increases by 11%, ਦੇਖੋ expenditure ਅਗਰ ਤਾਂ ਨਾ ਵੱਧਦਾ ਤਾਂ ਮੈਂ ਵਾਪਸ 100 ਤੇ ਲੈ ਜਾਂਦਾ, ਪਰ ਕਿਉਂਕਿ 11% ਵੱਧ ਗਿਆ, ਜੋ ਪਹਿਲਾਂ 100 ਵਾਲੀ 100 ਖਰਚਾ ਹੋ ਰਿਹਾ ਸੀ ਉਹ 11% ਵੱਧ ਗਿਆ, ਮੀਨਸ 111 ਹੋ ਗਿਆ। ਸੋ ਇੱਥੇ ਵਾਪਸ ਆਊਂਗਾ 111। ਹੁਣ ਕੰਜ਼ੰਪਸ਼ਨ ਕਿੰਨੀ ਘਟਣੀ ਹੈ? 120 ਤੋਂ 111 ਕਿੰਨੀ ਘਟ ਗਈ? 9 ਬਾਏ 120। 3 3s are 9, 3 4s are 12, ਇੱਥੇ ਕਿੰਨਾ ਆ ਗਿਆ? 3 ਬਾਏ 40। ਸੋ ਪਰਸੈਂਟੇਜਲੀ 100 ਨਾਲ ਮਲਟੀਪਲਾਈ ਕਰਦੇ ਆ। ਹਾਲਾਂਕਿ ਅਗਰ ਤੁਹਾਨੂੰ ਫ੍ਰੈਕਸ਼ਨਸ ਆਉਂਦੀਆਂ ਵਾ ਤਾਂ 1 ਬਾਏ 40 ਦੀ ਵੈਲਿਊ ਜਿਹੜੀ ਹੁੰਦੀ ਉਹ 2.5% ਹੁੰਦੀ ਹੈ। ਤਾਂ 3 ਗੁਣਾ ਕਰਾਂਗੇ ਤਾਂ 7.5 ਸਿੱਧਾ ਆਂਸਰ ਆਊਗਾ। ਪਰ ਅਗਰ ਨਹੀਂ ਆਉਂਦਾ ਤਾਂ ਆਪਾਂ ਤਾਂ ਕੈਲਕੂਲੇਟ ਕਰ ਲੈਣੇ, 0 ਨਾਲ 0 ਕੈਂਸਲ ਕਰਾਂਗੇ। ਇੱਥੇ ਮੇਰੇ ਕੋਲ ਆ ਗਿਆ 2, ਇੱਥੇ ਕਿੰਨਾ ਆ ਗਿਆ? 5 5 3s are 15 ਬਾਏ 2, 15 ਬਾਏ 2 ਹੁੰਦਾ ਵਾ 7.5%। ਠੀਕ ਹੈ, ਸੋ 7.5 ਜੋ ਹੈ ਸਾਡਾ ਆਂਸਰ ਆਊਗਾ। ਠੀਕ ਹੈ ਜੀ, ਹੋਪ ਤੁਸੀਂ ਇਹ ਕਨਸੈਪਟ ਹੁਣ ਸਮਝ ਗਏ ਹੋਵੋਗੇ। ਨੈਕਸਟ ਕੁਐਸਚਨ ਕਰਦੇ ਹਾਂ। after deducting 10% from a certain sum and then deducting 40% from the remainder, 1080 is left। ਦੇਖੋ ਹੁਣ ਜਿਹੜੇ ਕੁਐਸਚਨਸ ਆ ਗਏ ਨਾ ਇਹਦੇ ਵਿੱਚ ਸਕਸੈਸਿਵ ਚੇਂਜ ਤਾਂ ਹੋਊਗਾ ਪਰ ਪਰਸੈਂਟੇਜ ਆਂਸਰ ਨਹੀਂ ਪੁੱਛੇ ਹੋਣਗੇ। ਹੁਣ ਵੈਲਿਊਜ਼ ਆ ਗਈਆਂ ਸਾਡੇ ਕੋਲ। ਉਹ ਕਹਿ ਰਹੇ ਕਿ ਇੱਕ ਨੰਬਰ ਸੀਗਾ, ਇੱਕ ਸਮ ਸੀਗਾ, ਮੰਨ ਲੈਂਦੇ S, ਉਹਨੂੰ ਕਹਿੰਦਾ ਅਸੀਂ ਪਹਿਲਾਂ 10% ਤੋਂ ਘਟਾਇਆ, ਫਿਰ ਜੋ ਨੰਬਰ ਆਇਆ ਉਹਨੂੰ 40% ਤੋਂ ਘਟਾਇਆ ਤੇ ਹੁਣ ਬਚ ਕਿੰਨਾ ਗਿਆ? 1080 ਬਚ ਕਿੰਨਾ ਗਿਆ? ਠੀਕ ਹੈ, ਸੋ ਇੱਕ ਗੱਲ ਯਾਦ ਰੱਖਣੀ ਹੈ, ਜਿੱਦਾਂ ਵੀ ਮੰਨ ਲਓ ਆਪਾਂ ਮਾਰਕੀਟ ਜਾਂਦੇ ਆ, ਉੱਥੇ 1000 ਰੁਪਏ ਦੀ ਕੋਈ ਚੀਜ਼ ਆ ਤੇ ਉਹ ਕਹਿ ਰਿਹਾ 10% ਡਿਸਕਾਊਂਟ। ਜੋ 10% ਡਿਸਕਾਊਂਟ ਦੀ ਗੱਲ ਹੁੰਦੀ ਹੈ ਤਾਂ 100 ਰੁਪਏ ਦਾ ਡਿਸਕਾਊਂਟ ਹੋ ਗਿਆ। ਠੀਕ ਹੈ, ਉਹ ਤਾਂ ਹਵਾ 'ਚ ਹੈ, ਪਰ ਐਕਚੁਅਲ ਆਪਾਂ ਕਿੰਨੇ ਪੈਸੇ ਦੇ ਕੇ ਆਉਂਦੇ ਆ? 900 ਰੁਪਏ, ਜਾਂ ਮੈਂ ਕਹੂੰਗਾ 90% ਦੀ ਵੈਲਿਊ ਬਚ ਕਿੰਨੀ ਗਈ? 90% ਬਚ ਗਈ। ਸੋ ਇਹਦੇ ਵਿੱਚ ਹੁਣ ਜਿਹੜਾ ਇਹ ਯੂਜ਼ ਕਰ ਰਿਹਾ ਵਾ ਕਿ ਰਿਮਾਈਂਡਰ ਬਚ ਕਿੰਨਾ ਗਿਆ? ਬਚ ਗਿਆ 1080। ਅਗਰ ਮੈਂ ਇੱਕ ਨੰਬਰ ਨੂੰ 10% ਤੋਂ ਘਟਾਵਾਂ ਤਾਂ ਕਿੰਨਾ ਬਚ ਜਾਂਦਾ ਵਾ? 90%। ਦੇਖੋ 90% ਦੀ ਅਗਰ ਗੱਲ ਕਰੀਏ ਤਾਂ 90% ਨੂੰ ਅਸੀਂ ਸਿੱਧਾ 9 ਬਾਏ 10 ਲਿਖਦੇ ਆ। ਕਿੰਨਾ ਲਿਖਦੇ ਆ? 9 ਬਾਏ 10। ਇਹਦਾ ਮਤਲਬ ਅਗਰ ਪਹਿਲਾਂ 10 ਰੁਪਏ ਦੀ ਚੀਜ਼ ਸੀ ਤਾਂ ਹੁਣ 9 ਰੁਪਏ ਰਹਿ ਗਈ 10% ਘਟਣ ਤੋਂ ਬਾਅਦ। ਹੁਣ ਇਹ ਨੰਬਰ 90% ਘਟ ਕੇ ਆ ਗਿਆ। ਹੁਣ ਸਕਸੈਸਿਵ 'ਚ ਕੀ ਹੁੰਦਾ ਕਿ ਇੱਕ ਵਾਰ ਚੇਂਜ ਕਰਨ ਤੋਂ ਬਾਅਦ ਜੋ ਨੰਬਰ ਆਉਂਦਾ ਵਾ ਅਗਲਾ ਚੇਂਜ ਆਪਾਂ ਉਸ ਨੰਬਰ ਤੇ ਕਰਦੇ ਆ। ਹੁਣ ਅਗਲੀ ਵਾਰ ਉਹ ਕਹਿ ਰਿਹਾ ਕਿ ਕਿੰਨਾ ਰਿਡਿਊਸ ਕਰਤਾ? ਮੰਨ ਲਓ ਡਿਸਕਾਊਂਟ ਲੱਗ ਗਿਆ 40%। ਅਗਰ ਡਿਸਕਾਊਂਟ 40% ਲੱਗ ਗਿਆ ਤਾਂ ਬਚਿਆ ਕਿੰਨਾ ਪ੍ਰਾਈਸ ਦੇਣ ਵਾਲਾ? 60%। 60% ਨੂੰ ਅਸੀਂ 60 ਬਾਏ 100 ਨਹੀਂ ਲਿਖਦੇ, ਅਗੇਨ ਫ੍ਰੈਕਸ਼ਨਸ ਦਾ ਖੇਲ ਹੈ। ਜਿਹੜਾ 60 ਹੁੰਦਾ ਉਹ 20 ਦਾ ਮਲਟੀਪਲ ਹੈ। ਸੋ 20 ਜਿਹੜਾ ਹੁੰਦਾ ਵਾ ਉਹ 1 ਬਾਏ 5 ਆਪਾਂ ਕਾਊਂਟ ਕਰਦੇ, ਕਿਉਂਕਿ 20 ਦਾ ਥਰਡ ਮਲਟੀਪਲ ਹੈ 60। ਸੋ ਮੇਰੇ ਕੋਲ 60% ਦੀ ਵੈਲਿਊ ਆਉਂਦੀ ਹੈ 3 ਬਾਏ 5, ਜੋ ਕਿ ਇਹਨੂੰ ਕੈਂਸਲ ਕਰਕੇ ਵੀ ਆਉਂਗੀ 3 ਬਾਏ 5। ਤੁਸੀਂ ਸਿੱਧਾ ਕੀ ਲਿਖਦੇ ਆ ਇੱਥੇ? 3 ਬਾਏ 5। ਸੋ ਇੱਕ ਨੰਬਰ ਸੀ, ਪਹਿਲਾਂ ਉਹਨੂੰ 10% ਤੋਂ ਘਟਾਇਆ ਤਾਂ ਬਚਿਆ ਕਿੰਨਾ? 9 ਬਾਏ 10। ਹੁਣ ਇਹ ਨੰਬਰ ਨੂੰ ਅਗਰ ਮੈਂ 40% ਤੋਂ ਘਟਾਤਾ ਬਚਿਆ ਕਿੰਨਾ? 60%, 3 ਬਾਏ 5। ਇਹ ਕਰਨ ਤੋਂ ਬਾਅਦ 1080 ਬਚ ਗਿਆ। ਸਾਨੂੰ ਦੱਸੋ ਸਮ ਕਿੰਨਾ? ਮੈਂ ਪੁੱਛਿਆ ਵਾ। ਹੁਣ ਇਹ ਵੈਲਿਊਜ਼ ਨੂੰ ਸਾਰੀਆਂ ਨੂੰ ਉਧਰ ਨਹੀਂ ਲੈ ਕੇ ਜਾਣਾ ਹੁੰਦਾ, ਇੱਦਾਂ ਹੀ ਸੋਲਵ ਕਰਨਾ ਹੁੰਦਾ ਵਾ। ਸੋ ਇਹ 9 ਤੇ 3, ਕਿਉਂਕਿ ਇੱਥੇ ਡਿਨੋਮੀਨੇਟਰ ਚਾਹੁੰਦੇ ਤਾਂ ਇਹਦੀ ਕਟਿੰਗ ਹੁੰਦੀ, ਆਪਾਂ ਸਿੱਧਾ ਕਟਿੰਗ ਇੱਥੇ ਕਰਾਂਗੇ। ਅਗਰ ਮੈਂ 9 ਦੀ ਕਟਿੰਗ ਕਰਾਂ ਤਾਂ 9 1s are 9, ਬਚਿਆ ਕਿੰਨਾ? 1 ਤੇ 8 18, 9 2s are 18, ਇੱਕ 0 ਬਚ ਗਿਆ, 0 ਆ ਗਿਆ। 3 ਕਿਹੜੇ ਟੇਬਲ 'ਚ ਆਉਂਦਾ? 12, 4 ਇੱਥੇ ਆ ਗਿਆ 40। ਹੁਣ ਜਿਹੜੇ ਇਹ ਦੋ ਨੰਬਰਸ ਹੈ ਇਹਨਾਂ ਨੂੰ ਉੱਥੇ ਜਾ ਕੇ ਮਲਟੀਪਲਾਈ ਕਰਾਉਣਾ ਵਾ। 4 into 5 ਕਿੰਨਾ ਹੁੰਦਾ ਵਾ? 20। ਇੱਕ 0 ਇਹਦੇ ਕੋਲ ਹੈ, ਇੱਕ 0 ਇਹਦੇ ਕੋਲ ਹੈ, 2 0 ਇੱਥੇ ਐਡ ਕਰਾਂਗੇ। ਸੋ ਸਮ ਦੀ ਵੈਲਿਊ ਸਾਡੇ ਕੋਲ ਆ ਗਈ 2000। ਸਮ ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ? 2000। ਨੈਕਸਟ ਕੁਐਸਚਨ ਕਰਦੇ ਹਾਂ ਅਸੀਂ। ਸੋ ਦਾ ਵੈਲਿਊ ਆਫ ਦਾ ਮਸ਼ੀਨ ਡੈਪਰੀਸ਼ੀਏਟਸ ਐਵਰੀ ਈਅਰ। ਮਸ਼ੀਨ ਦੀ ਵੈਲਿਊ ਹਰ ਸਾਲ 10% ਘਟ ਜਾਂਦੀ ਹੈ। ਠੀਕ ਹੈ, ਅਗਰ ਪ੍ਰੈਜ਼ੈਂਟ ਵੈਲਿਊ ਕਹਿ ਰਿਹਾ ਵਾ, ਪ੍ਰੈਜ਼ੈਂਟ ਵੈਲਿਊ ਅਗਰ 7290 ਰੁਪਏ ਹੈ ਤਾਂ ਦੱਸੋ 3 ਸਾਲ ਪਹਿਲਾਂ ਕਿੰਨੀ ਸੀਗੀ? ਸੋ 3 ਸਾਲ ਪਹਿਲਾਂ ਮੰਨ ਲੈਂਦੇ ਪ੍ਰਾਈਸ ਸੀਗਾ P। ਅਗਰ ਹਰ ਸਾਲ 10% ਘਟ ਰਹੀ ਹੈ ਤਾਂ ਇਹਦਾ ਮਤਲਬ ਹਰ ਸਾਲ ਬਚਦੇ ਹੋਏ ਤਾਂ 90% ਬਚ ਜਾਂਦਾ ਵਾ। ਸੋ ਪਹਿਲੇ ਸਾਲ 10% ਘਟੀ ਤਾਂ ਕਿੰਨੀ ਬਚ ਗਈ? 90%। 90% ਨੂੰ ਆਪਾਂ ਕੀ ਲਿਖਾਂਗੇ? 9 ਬਾਏ 10। ਅਗਲੇ ਸਾਲ ਫਿਰ ਇਹਦਾ 10% ਘਟੂਗਾ ਤਾਂ ਕਿੰਨਾ ਬਚ ਗਿਆ?
90%, अगले साल ਇਹਦਾ 10% ਘਟੂਗਾ ਤਾਂ ਕਿੰਨਾ ਬਚ ਗਿਆ 90%, ਜੋ ਕਿ 3 ਵਾਰ 9% ਘਟ ਰਿਹਾ। ਸੋ ਅਗਰ ਤੁਸੀਂ ਜਦੋਂ ਮੈਂ ਤੁਹਾਨੂੰ ਕਿਹਾ ਫ੍ਰੈਕਸ਼ਨਸ 1 ਤੋਂ 20 ਤੱਕ ਕਰਨੀਆਂ, ਇਦਾਂ ਹੀ ਸਕੁਏਅਰਸ 1 to 50 ਯਾਦ ਕਰਨੇ ਹੁੰਦੇ, ਕਿਊਬ 1 ਤੋਂ 20 ਯਾਦ ਕਰਨੇ ਹੁੰਦੇ ਆ। ਸੋ ਕਿਊਬ ਜਦੋਂ ਮੈਂ 1 ਤੋਂ 10 ਯਾਦ ਕਰਦਾ ਤਾਂ 9 ਦਾ ਕਿਊਬ 729 ਆਉਂਦਾ ਵਾ। ਠੀਕ ਹੈ, ਨੰਬਰਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਇਦਾਂ ਦੇ ਨੰਬਰ ਹੀ ਜਨਰਲੀ ਕੁਐਸਚਨ 'ਚ ਪਾਏ ਜਾਂਦੇ ਆ। ਜਦੋਂ 9 ਦਾ ਕਿਊਬ ਹੈ, ਮੇਰੇ ਕੋਲ ਇੱਥੇ 3 ਵਾਰ 9 ਹੈ, 9 ਦਾ ਕਿਊਬ ਹੀ 729, ਇੱਥੇ ਕਿੰਨਾ ਬਚ ਗਿਆ 10। ਸੋ ਇੱਥੇ 1 0 ਹੈ, 2 3 4, ਟੋਟਲ ਕੀ ਹੈ 4 0 ਇੱਥੇ ਆ ਜਾਓਗੇ, ਸਾਡਾ ਆਂਸਰ ਹੋਊਗਾ 10,000। ਸੋ ਸੀ ਆਪਸ਼ਨ ਜੋ ਹੈ ਉਹ ਠੀਕ ਹੈ। ਠੀਕ ਹੈ ਜੀ। ਸੋ ਨੰਬਰਸ ਦੀ ਹੈ ਤੁਸੀਂ ਪਹਿਚਾਣ ਕਰਨੀ ਹੈ ਤਾਂ ਜੋ ਪੇਪਰ ਫਟਾਫਟ ਕਰੀਏ। ਤਾਂ ਹੀ ਕੁਝ ਬੱਚਿਆਂ ਨੂੰ ਪੇਪਰ ਜੋ ਹੈ ਉਹ ਲੈਂਦੀ ਲੱਗਦਾ ਵਾ, ਕੁਝ ਬੱਚੇ ਜੋ ਹੈ ਫਟਾਫਟ ਕਰਕੇ ਆ ਜਾਂਦੇ ਆ। ਉਹਦਾ ਕਾਰਨ ਇੰਨਾ ਹੀ ਹੁੰਦਾ ਵਾ ਕਿ ਇੱਕ ਬੱਚਾ ਇੱਥੇ 9 ਨੂੰ 3 ਵਾਰ ਕੱਟ ਕਰੂੰਗਾ 729 ਨੂੰ ਤਾਂ ਆਂਸਰ ਉਹਦਾ 10 ਆਊਗਾ, ਤੇ ਇੱਕ ਬੱਚੇ ਨੂੰ ਦੇਖ ਕੇ ਪਤਾ ਲੱਗ ਰਿਹਾ ਕਿ 729 9 ਦਾ ਕਿਊਬ ਹੁੰਦਾ ਵਾ, ਉਹਦੀ ਕਟਿੰਗ ਹੋ ਜਾਂਦੀ ਹੈ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। The salary of the employee of a company increases every month by 4%. ਹਰ ਮਹੀਨੇ ਇੱਕ EMPLOYE ਦੀ ਸੈਲਰੀ 4% ਜੋ ਹੈ ਉਹ ਵੱਧ ਜਾਂਦੀ ਹੈ। ਅਗਰ ਉਹਦੀ ਸੈਲਰੀ ਅਗਸਤ ਦੇ ਵਿੱਚ ਕਹਿੰਦੇ 6300 ਹੈ ਤਾਂ ਦੱਸੋ what would be the approximate salary। approximate ਦਾ ਮਤਲਬ ਹੁੰਦਾ ਪੁਆਇੰਟਸ ਆਂਸਰ ਆਊਗਾ ਤੇ ਅਸੀਂ ਉਹਨੂੰ ਰਾਉਂਡ ਆਫ ਕਰਕੇ ਲਿਖਣਾ ਵਾ। ਅਕਤੂਬਰ ਮਹੀਨੇ 'ਚ ਕਿੰਨੀ ਹੋਊਗੀ? ਸੋ ਅਗਸਤ ਤੋਂ ਬਾਅਦ ਸਤੰਬਰ, ਅਕਤੂਬਰ, ਦੋ ਵਾਰ 4% ਇਨਕਰੀਜ਼ ਕਰਨਾ ਹੈ। ਜਾਂ ਤਾਂ ਦੇਖੋ ਦੋ ਚੀਜ਼ਾਂ ਹੁੰਦੀਆਂ ਵਾ। ਅਗਰ ਤਾਂ ਮੈਨੂੰ ਪੁੱਛਦਾ ਕਿ ਅਗਰ 4% ਦੋ ਵਾਰ ਇਨਕਰੀਜ਼ ਕਰਾਂਗੇ ਤਾਂ ਨੈਟ ਕਿੰਨਾ ਇਨਕਰੀਜ਼ ਹੋਊਗਾ, ਤਾਂ ਮੈਂ ਲਗਾਊਂਗਾ ਸਕਸੈਸਿਵ ਦਾ ਫਾਰਮੂਲਾ a + b + ab/100 ਕਿ ਇਹ 4 ਵੱਧ ਰਿਹਾ ਪਲੱਸ 4 8, 4 ਦਾ 4 into 4 ਹੁੰਦਾ 16/100, ਤਾਂ ਮੈਂ ਲਿਖੂੰਗਾ 8.16%, ਜੋ ਕਿ ਤੁਸੀਂ ਇਸ ਨੰਬਰ ਨੂੰ 8.1% ਨਾਲ ਵਧਾਵਾਂਗੇ ਤਾਂ ਵੀ ਆਂਸਰ ਆ ਜਾਊਗਾ ਸਾਡਾ। ਪਰ ਜਦੋਂ ਮੇਰੇ ਕੋ ਅਗਰ ਤਾਂ ਪਰਸੈਂਟੇਜ ਵਾਈਜ਼ ਪੁੱਛਿਆ ਹੁੰਦਾ ਤਾਂ ਮੈਂ ਆਹੀ ਚੀਜ਼ ਲਗਾਉਂਦਾ, ਟਿਕ ਕਰਕੇ ਅੱਗੇ ਕੁਐਸਚਨ ਤੇ ਚੱਲ ਜਾਂਦੇ। ਪਰ ਉਹਨੇ ਮੈਨੂੰ ਵੈਲਿਊ ਪੁੱਛੀ ਹੈ ਕਿ ਕਿੰਨੀ ਹੋਊਗੀ। ਜਦੋਂ ਇਦਾਂ ਵੈਲਿਊਜ਼ ਪੁੱਛੀ ਹੋਇਆ ਜਨਰਲੀ ਆਪਾਂ ਕੀ ਕਰਦੇ ਹਾਂ, ਆਪਾਂ ਇੱਥੋਂ ਹੀ ਕੈਲਕੂਲੇਟ ਕਰਦੇ ਹਾਂ ਕਿ ਅਗਰ ਇਸ ਨੰਬਰ ਨੂੰ 4% ਤੋਂ ਵਧਾਉਣਾ ਪੈਂਦਾ ਤਾਂ ਕਿੰਨਾ ਵੱਧਦਾ। ਦੇਖੋ ਇਹ ਨੰਬਰ ਪੂਰਾ 100% ਹੁੰਦਾ ਵਾ। ਰਾਈਟ ਸਾਈਡ ਤੋਂ ਇੱਕ ਨੰਬਰ ਛੋੜ ਕੇ ਡਾਟ ਲਗਾਉਂਗਾ ਇਹ 10% ਹੈ। ਰਾਈਟ ਸਾਈਡ ਤੋਂ ਦੋ ਨੰਬਰ ਛੋੜ ਕੇ ਅਗਰ ਮੈਂ ਡਾਟ ਲਗਾਉਂਗਾ ਤਾਂ ਇਹ 1% ਹੈ। ਦੇਖੋ 100 ਹੈ ਨਾ, ਇੱਕ ਨੰਬਰ ਛੱਡ ਕੇ ਲਗਾਵਾਂਗਾ ਤਾਂ 10%, ਦੋ ਨੰਬਰ ਛੱਡ ਕੇ ਲਗਾਵਾਂਗਾ ਤਾਂ 100%, 1%। तो मैं अगर ਹੁਣ 4% ਨਿਕਾਲਣੀ ਹੈ ਤਾਂ 1% ਦੀ ਵੈਲਿਊ ਕਿੰਨੀ ਹੈ 63। 1% ਦੀ ਵੈਲਿਊ ਹੈ 63, ਇਹਦਾ 4 ਗੁਣਾ ਕਰਨਾ। ਠੀਕ ਹੈ, ਤੁਸੀਂ ਸਾਰਾ ਮਾਈਂਡ 'ਚ ਕਰਨਾ ਹੁੰਦਾ ਵਾ। 60 ਦਾ 4 ਗੁਣਾ ਕਰਾਂਗੇ ਤਾਂ 240, ਤੇ 3 ਦਾ 4 ਗੁਣਾ ਕਰਾਂਗੇ ਤਾਂ 12, ਤੋਂ 240 ਦੇ 12 ਕਿੰਨੇ ਹੁੰਦੇ ਆ 252, 252। ਇਹਦਾ ਮਤਲਬ ਪਹਿਲੇ ਵਾਰ ਜਦੋਂ ਮੈਂ 4% ਵਧਾਊਂਗਾ ਤਾਂ ਉਹਦੀ ਸੈਲਰੀ 252 ਰੁਪਏ ਇਨਕਰੀਜ਼ ਹੋਊਗੀ। ठीक है, कितनी हो गई 6552, कितनी हो गई 6552। देखो ऑप्शन दिता 6552 है, नहीं हो सकता। क्यों? क्योंकि हजे 4% होर वधनी है, 2 साल 2 महीने वधनी है, हजे सितंबर तक पहुंचे अक्टूबर। हुण देखो ਇਹਦਾ 1% कितना आऊँगा 65, ध्यान देखो 65.52 आऊँगा। ਹੁਣ ਇਹ 1% ਹੈ, ਇਹਦਾ 4 ਗੁਣਾ ਕਰਨਾ। ਅਗਰ ਮੈਂ ਇਹਦਾ 4 ਗੁਣਾ ਕਰਨਾ, ਕਿਸੇ ਵੀ ਨੰਬਰ ਦਾ 4 ਗੁਣਾ 4 ਟਾਈਮਸ ਕਰਨਾ ਹੋਵੇ, ਉਹਨੂੰ 2 ਵਾਰ ਡਬਲ ਕਰ ਦਿਓ। ਜਿੱਦਾਂ ਕਿ 65 ਦਾ ਡਬਲ 130, 130 ਦਾ ਡਬਲ ਕਿੰਨਾ ਹੋ ਗਿਆ 260। ਸੋ ਇਹਨੂੰ ਅਗਰ ਮੈਂ 4 ਗੁਣਾ ਕਰੂੰਗਾ, 4% ਕਰੂੰਗਾ 260। ਹੁਣ ਅਗਰ ਇਹਨੂੰ ਮੈਂ ਮੰਨ ਲਵਾਂ ਕਿ ਇਹ 50 ਪੈਸੇ ਹੈ, 50 ਪੈਸਾ ਹੈ, ਸੋ ਇਹਨੂੰ ਵੀ 2 ਵਾਰ ਡਬਲ ਕਰਦੇ ਆ। 50 ਪੈਸਾ ਨੂੰ ਡਬਲ ਕੀਤਾ 1 ਨੂੰ ਡਬਲ ਕੀਤਾ 2, ਸੋ ਮੇਰੇ ਕੋਲ ਕੀ ਆ ਜਾਊਗਾ 2। ਹੁਣ ਮੈਂ ਆਹ ਵਾਲੀ ਵੈਲਿਊ ਨੂੰ ਛੱਡਦਾ, ਅਪਰੋਕਸੀਮੇਟ ਕਰ ਦਿੱਤਾ। ਸੋ ਸਾਡੇ ਕੋਲ ਜਿਹੜਾ ਨੰਬਰ ਐਡ ਹੋਊਗਾ ਉਹ ਹੋਊਗਾ 262। ਅਗਲੇ ਮੰਥ ਉਹਦੀ ਸੈਲਰੀ 262 ਰੁਪਏ ਵਧੂਗੀ। ਇੱਥੇ ਆ ਗਿਆ 4, ਇੱਥੇ ਆ ਗਿਆ 11, 5 6 7, ਇੱਥੇ ਆ ਗਿਆ 8, 6814 ਜੋ ਹੈ ਸਾਡਾ ਆਂਸਰ ਹੈ, ਜੋ ਕਿ ਸੀ ਆਪਸ਼ਨ ਹੈ। ਅਪਰੋਕਸੀਮੇਟ ਵੈਲਿਊ ਪੁੱਛੀ ਸੀ, ਅਪਰੋਕਸੀਮੇਟ ਵੈਲਿਊ ਜੋ ਹੈ ਅਸੀਂ ਨਿਕਾਲ ਦਿੱਤੀ। ਠੀਕ ਹੈ ਜੀ। ਸੋ ਇਹ ਕੁਐਸਚਨ ਡਿਪੈਂਡ ਕਰਦਾ ਵਾ ਕਿ ਅਸੀਂ ਇਦਾਂ ਕਰਨਾ ਵਾ, ਸਕਸੈਸਿਵ ਲਗਾਉਣਾ ਜਾਂ ਕੀ ਕਰਨਾ ਵਾ। ਠੀਕ ਹੈ, ਪਰਸੈਂਟੇਜ ਪੁੱਛੀ ਹੋਈ ਹੈ ਤਾਂ ਸਕਸੈਸਿਵ ਦਾ ਫਾਰਮੂਲਾ ਲਗਾ ਦਿਓ। ਅਗਰ ਵੈਲਿਊ ਪੁੱਛੀ ਹੈ ਤਾਂ ਤੁਸੀਂ ਨਿਕਾਲ ਸਕਦੇ ਹੋ। A tank contains 20,000 ਲੀਟਰ ਆਫ ਵਾਟਰ ਇਫ ਇਟ ਡਿਕਰੀਜ਼ਸ ਐਟ ਦ ਰੇਟ ਆਫ 5। ਕਹਿੰਦਾ ਇੱਕ ਟੈਂਕ ਹੈ, ਉਹ 'ਚ 20,000 ਲੀਟਰ ਪਾਣੀ ਹੈ। ਅਗਰ ਰੋਜ਼ 5% ਪਾਣੀ ਨਿਕਲ ਜਾ ਰਿਹਾ ਵਾ ਤਾਂ ਦੱਸੋ 2 ਦਿਨ ਬਾਅਦ ਕਿੰਨੀ ਕੁਆਂਟਿਟੀ ਰਹੂਗੀ। ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ, ਇਹ 20,000 ਹੈ, ਇਹਦੇ 'ਚੋਂ ਅਗਰ 5%, ਇਹਦਾ 10% ਕਿੰਨਾ ਹੁੰਦਾ 2,000, 10% ਕਿੰਨਾ ਹੁੰਦਾ ਵਾ 2,000, ਤੇ 5% ਕਿੰਨਾ ਹੋਊਗਾ 1,000। ਸੋ ਇਹਦਾ ਮਤਲਬ ਪਹਿਲੇ ਦਿਨ 5% ਦੇ ਹਿਸਾਬ ਨਾਲ 1,000 ਲੀਟਰ ਪਾਣੀ ਜੋ ਹੈ ਉਹ ਡਿਕਰੀਜ਼ ਕਰ ਗਿਆ, ਤਾਂ ਬਚਿਆ ਕਿੰਨਾ 19,000। ਹੁਣ ਅਗਲੇ ਦਿਨ ਫਿਰ 5%, ਪਰ ਇਹਦਾ 5%, ਇਹਦਾ 10% ਕਿੰਨਾ ਹੁੰਦਾ ਵਾ 1900, 10% ਕਿੰਨਾ ਹੁੰਦਾ ਵਾ 1900। ਅਸੀਂ ਕਿੰਨਾ ਕਰਨਾ 5%, 5% ਕਿੰਨਾ ਹੋਊਗਾ 950, ਕਿੰਨਾ ਹੋਊਗਾ 950। ਜਦੋਂ ਮੈਂ 950 ਮਾਈਨਸ ਕਰੂੰਗਾ ਤਾਂ 100 ਚੋਂ 50 ਆ ਗਏ 50। 50 ਵਾਲਾ ਆਪਸ਼ਨ ਕਿਹੜਾ ਵਾ? ਇੱਕੋ ਹੀ ਆਪਸ਼ਨ ਹੈ 50 ਵਾਲਾ,
ਸਾਨੂੰ ਹੋਰ ਦੇਖਣ ਦੀ ਲੋੜ ਨਹੀਂ ਹੈ। ਸਾਡਾ ਆਂਸਰ ਹੋਊਗਾ 18,050। ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ 19,000 ਚੋਂ 900 ਜਾਊਂਗਾ ਤਾਂ 18,050 ਲੀਟਰ ਹੈ ਜੀ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਕਰੰਟ ਪੋਪੂਲੇਸ਼ਨ ਆਫ ਦਾ ਟਾਊਨ ਇਜ਼ 50,000 ਇਜ਼ ਗਰੋਇੰਗ ਐਟ ਦਾ ਰੇਟ ਆਫ, ਕਹਿੰਦਾ ਇੱਕ ਪੋਪੂਲੇਸ਼ਨ ਹੈ ਉਹ 50,000 ਹੈ, ਕਹਿੰਦਾ ਪਹਿਲੇ ਸਾਲ 5% ਤੋਂ ਵੱਧ ਗਈ, ਅਗਲੇ ਸਾਲ 4% ਤੋਂ ਵੱਧ ਗਈ, ਅਗਲੇ ਸਾਲ 2% ਤੋਂ ਵੱਧ ਗਈ, ਦੱਸੋ ਪੋਪੂਲੇਸ਼ਨ ਕਿੰਨੀ ਹੋ ਗਈ। ਸਿੰਪਲ ਜਿਹਾ ਇੱਕ ਇੱਕ ਕਰਕੇ ਇਨਕਰੀਜ਼ ਕਰਦੇ। ਦੇਖੋ ਇਹਦਾ 10% ਕਿੰਨਾ ਹੁੰਦਾ ਵਾ ਨੰਬਰ ਦਾ 5,000, ਪਰ ਉਹਨੇ ਕਿਹਾ 5% ਨਿਕਾਲਣ ਲਈ 10,000 ਸੌਰੀ 10% ਹੁੰਦਾ ਵਾ 5,000, ਮੈਂ 5% ਨਿਕਾਲਣਾ ਵਾ ਤਾਂ 5,000 ਦਾ ਅੱਧਾ ਕਿੰਨਾ ਹੋ ਗਿਆ 2,500, ਮੇਰੇ ਕੋਲ ਕਿੰਨਾ ਆ ਗਿਆ 5250। ਠੀਕ ਹੈ ਜੀ, ਇਹ 5% ਅਸੀਂ ਇਨਕਰੀਜ਼ ਕਰ ਦਿੱਤਾ। ਠੀਕ ਹੈ, ਇੱਕ ਠੀਕ ਹੈ, ਸੋ 5% ਇਨਕਰੀਜ਼ ਕਰ ਲਿਆ, ਹੁਣ ਕਰਨਾ 4% ਇਨਕਰੀਜ਼। ਸੋ ਇਸ ਨੰਬਰ ਦਾ 1% ਕਿੰਨਾ ਹੁੰਦਾ, ਰਾਈਟ ਸਾਈਡ ਤੋਂ 2 ਨੰਬਰ ਛੱਡ ਕੇ ਆਪਾਂ ਡਾਟ ਲਗਾਇਆ 1% ਆਇਆ ਵਾ, ਇਹਦਾ 4% ਨਿਕਲਣਾ ਵਾ। 4% ਮੀਨ 4 ਗੁਣਾ। ਸੋ ਮੈਨੂੰ 525 ਨਜ਼ਰ ਆ ਰਿਹਾ, 525 ਦਾ ਡਬਲ ਕਿੰਨਾ ਹੋਊਗਾ 1050, ਤੇ 1050 ਡਬਲ ਕਿੰਨਾ ਹੋ ਗਿਆ 2100। ਸੋ ਮੈਂ ਕੀ ਕਰੂੰਗਾ 4% ਜਿਹੜਾ ਇਨਕਰੀਜ਼ ਕਰਨਾ ਹੈ ਉਹ ਕਿੰਨਾ ਇਨਕਰੀਜ਼ ਹੋਊਗਾ 2100। ਦੇਖੋ ਕੈਲਕੂਲੇਸ਼ਨ ਤੁਸੀਂ ਫਾਸਟ ਕਰਨੀਆਂ ਵਾ, ਚੀਜ਼ ਸਾਨੂੰ ਨਿਕਾਲਣੀ ਆਣੀ ਚਾਹੀਦੀ ਹੈ। ਸੋ 4600 ਇੱਥੇ ਹੋ ਗਿਆ 54,600। ਹੁਣ ਸਾਡੇ ਕੋਲ ਸਿਰਫ ਕੀ ਰਹਿ ਗਿਆ 2%। ਇਹਦੇ ਵਿੱਚ 1% ਕਿੰਨਾ ਵਾ 546। ਸੋ 546 1% ਹੈ, 2% ਨਿਕਾਲਣਾ ਹੈ, 500 ਡਬਲ ਕਿੰਨਾ ਹੋ ਗਿਆ 1000, ਤੇ 4646 ਡਬਲ ਕਿੰਨਾ ਹੋ ਗਿਆ 92, ਤੇ 1092 ਜੋ ਹੈ ਐਡ ਕਰ ਦਿਓ। ਸਾਡਾ ਆਂਸਰ ਜਿਹੜਾ ਵਾ ਲਾਸਟ 92 ਹੋਣਾ ਚਾਹੀਦਾ ਵਾ। ਓਕੇ, ਦੋ ਆਪਸ਼ਨਸ ਦੇ ਵਿੱਚ 92 ਹੈ, ਸੋ ਇੱਥੇ ਮੇਰੇ ਕੋਲ ਆ ਗਿਆ 6, तो 55,692 जो है साडा आंसर। ठीक है जी, 55,692 जो है साडा आंसर। चलो नेक्स्ट क्वेश्चन करते हैं। क्वेश्चन कह रहे हैं कि इफ द वैल्यू ऑफ द वन आर्टिकल डेप्रीशिएटेड एवरी ईयर बाय 12%, अगर आर्टिकल की वैल्यू डेप्रीशिएट कर रही है हर साल 12%, जो 12% डेप्रीशिएट कर दी है तो बचती कितनी है 88%, 88%। देन व्हाट इज द वैल्यू ऑफ द आर्टिकल आफ्टर 3 इयर्स, अगर ओरिजिनल कॉस्ट जी है 5 लाख है। देखो अगर ओरिजिनल कॉस्ट 5 लाख है तो 12% के घटने नाल की होगा 88% वैल्यू रह जाऊगी। हुण देखो ये सब नंबर्स नूं लिखण दा ना एक तरीका हुंदा वा। 12 जिहड़ा वा 4 दा मल्टीपल है। एक गल ध्यान नाल सुनियो, जिद्दां कि मान लो मैनूं कोई कह रहा है कि 104% की वैल्यू निकालो। हुण देखो 104% की हुंदा 100 + 4/100 परसेंटेज हटाया तो 100 आ गया। ਹੁਣ देखो 4 ਦਾ ਮਲਟੀਪਲ ਹੈ, ਅਗਰ ਮੈਂ 4 ਦੇ ਮਲਟੀਪਲ ਨਾਲ ਇਹਦੀ ਕਟਿੰਗ ਕਰਾਂ ਤਾਂ ਇੱਥੇ ਤਾਂ ਹਮੇਸ਼ਾ 25 ਆਊਗਾ। ਸੋ ਅਗਰ ਉੱਪਰ ਨੰਬਰ 4 ਦੇ ਮਲਟੀਪਲ 'ਚ ਲਿਖਿਆ ਹੋਇਆ ਵਾ ਤਾਂ ਪਰਸੈਂਟੇਜ ਨੂੰ ਓਪਨ ਕਰਦੇ ਨੀਚੇ 100 ਆਊਗਾ। ਇਹਦਾ ਮਤਲਬ ਜਦੋਂ ਕਟਿੰਗ ਕਰਾਂਗੇ 4 ਟੇਬਲ 'ਚ ਨੀਚੇ ਹਮੇਸ਼ਾ 25 ਆਊਗਾ। ਹੁਣ ਕਿਉਂਕਿ ਉੱਪਰ ਇੱਕ ਵਾਰ 4 ਜ਼ਿਆਦਾ ਹੈ ਤਾਂ ਮੈਂ ਕੀ ਲਿਖ ਦੂੰਗਾ ਸਿੱਧਾ ਹੀ ਇਹਦੀ ਵੈਲਿਊ 26/25। ਕਿਉਂ? ਅਗਰ 4 ਨਾਲ ਕਟਿੰਗ ਕਰਾਂਗੇ ਤਾਂ 4 ਦੀ ਕਟਿੰਗ ਕਰਕੇ ਤੇ 26 ਆਊਗਾ, ਕਿਉਂਕਿ ਇੱਕ ਵਾਰ 4 ਜ਼ਿਆਦਾ ਹੈ, ਨੀਚੇ 100 ਸੀਗਾ, ਇਹਦੀ ਵੈਲਿਊ ਕਿੰਨੀ ਆ ਗਈ ਸੀ 25। ਹੁਣ ਅਗਰ 108% ਦੀ ਵੈਲਿਊ ਲਿਖਣੀ ਹੈ ਤਾਂ ਮੈਨੂੰ ਪਤਾ 4 ਦੇ ਟੇਬਲ 'ਚ ਹੀ ਆਉਂਦਾ ਹੈ ਵੀ। ਸੋ ਡਿਨੋਮੀਨੇਟਰ 'ਚ ਆਊਂਗਾ 25, ਕਿਉਂਕਿ ਨੀਚੇ ਤਾਂ ਹਮੇਸ਼ਾ 100 ਆਊਂਗਾ, ਉੱਪਰ 2 ਵਾਰ 4 ਜ਼ਿਆਦਾ ਤਾਂ ਮੈਂ ਲਿਖ ਦੂੰਗਾ 27। ਠੀਕ ਹੈ, 112% ਦੀ ਗੱਲ ਕਰਾਂਗੇ ਤਾਂ 3 ਵਾਰ 4 ਜ਼ਿਆਦਾ ਹੈ ਤਾਂ ਮੈਂ ਲਿਖੂੰਗਾ 28/25। ਠੀਕ ਹੈ ਜੀ। ਸੋ ਹੁਣ ਜਿਹੜਾ ਕੁਐਸਚਨ ਸਾਡੇ ਕੋਲ ਉਹ 'ਚ ਕਹਿ ਰਿਹਾ ਵਾ ਕਿ 12% ਘਟ ਰਿਹਾ ਵਾ, ਇਹਦਾ ਮਤਲਬ ਕਿ 88%। ਸੋ ਇਹ ਵੀ 4 ਦੇ ਟੇਬਲ 'ਚ ਹੀ ਘਟਿਆ, ਇਹਦਾ ਮਤਲਬ ਕੀ ਹੈ ਕਿ ਡਿਨੋਮੀਨੇਟਰ 'ਚ ਤਾਂ ਮੈਂ 25 ਹੀ ਲਿਖੂੰਗਾ। 3 ਵਾਰ 4 ਘਟ ਗਿਆ, 4 8 12, 3 ਵਾਰ ਘਟ ਗਿਆ, ਮਤਲਬ 25 ਤੋਂ 3 ਘਟਾਵਾਂਗੇ ਤਾਂ ਕਿੰਨਾ ਆਊਗਾ 22/5 ਆਊਗਾ। ਠੀਕ ਹੈ, ਆ ਸਭ ਚੀਜ਼ਾਂ ਜਿਹੜੀਆਂ ਵਾ ਮੈਂ ਯਾਦ ਕਰਕੇ ਰੱਖਣੀਆਂ ਵਾ। ਸੋ ਉਹ ਕੀ ਕਹਿ ਰਿਹਾ ਵਾ ਕਿ 12% ਘਟ ਗਿਆ, ਮਤਲਬ ਕਿੰਨਾ ਆ ਗਿਆ 88%। 88% ਦੇ ਵਿੱਚ ਜਦੋਂ ਮੈਂ 88/100 ਕਰੂੰਗਾ 4 ਟੇਬਲ 'ਚ ਕਟਿੰਗ, ਇੱਥੇ ਤਾਂ ਹਮੇਸ਼ਾ ਕਿੰਨਾ ਆਊਗਾ 25, ਉੱਪਰ ਜੋ ਹੈ 3 ਵਾਰ 4 ਘਟ ਹੈ ਤਾਂ ਕਿੰਨਾ ਆ ਜਾਊਗਾ 22/25। ਸਾਡੇ ਕੋਲ ਵੈਲਿਊ ਕਿੰਨੀ ਰਹਿ ਜਾਊਗੀ 5 ਲੱਖ ਦੀ 22/25। ਅਗਲੀ ਵਾਰ ਫਿਰ 12% ਘਟਿਆ 88% ਰਹਿ ਗਿਆ 22/25। 3 ਵਾਰ ਟੋਟਲ ਇਦਾਂ ਹੋਣਾ ਵਾ, ਇਸ ਲਈ ਮੈਂ ਲਿਖ ਦੂੰਗਾ 22/25। ਠੀਕ ਹੈ ਜੀ। ਸੋ ਮੈਨੂੰ ਦੱਸਣਾ ਕਿ ਇਹਦੀ ਵੈਲਿਊ ਕੀ ਹੋਊਗੀ। ਹੁਣ ਧਿਆਨ ਨਾਲ ਦੇਖੋ ਕਿ ਆਪਾਂ ਯੂਨਿਟ ਡਿਜਿਟ ਮੈਥਡ ਦੇ ਨਾਲ ਕਰਾਂਗੇ, ਪੂਰੀ ਕੈਲਕੂਲੇਸ਼ਨ ਕਰਨ ਦੀ ਲੋੜ ਨਹੀਂ ਹੈ। ਸੋ ਇੱਕ ਚੀਜ਼ ਮੈਂ ਦੇਖ ਲੈਣਾ ਕਿ ਅਗਰ ਮੈਂ 25 ਦੇ ਨਾਲ ਕਟਿੰਗ ਕਰਾਂ ਤੇ 25 ਨੂੰ 2 ਨਾਲ ਕਰਾਂਗੇ ਤਾਂ 50 ਆ ਜਾਊਗਾ। ਬਚੇ ਕਿੰਨੇ 4 0 1 2 3 4। ਹੁਣ ਇੱਕ ਵਾਰ 25 ਨਾਲ ਕੱਟ ਕਰਾਂਗੇ ਤਾਂ 200 ਹੈ। ਹਰ ਇੱਕ 100 ਕੋ 4 25 ਹੁੰਦੇ, 200 ਕਿੰਨੇ ਹੋਣਗੇ 8, ਇੱਥੇ ਮੇਰੇ ਕੋਲ ਕਿੰਨਾ ਆ ਗਿਆ 800। ਹੁਣ ਇੱਕ 25 ਕੱਟ ਕਰਾਂਗੇ ਤਾਂ ਇੱਥੇ ਕਿੰਨਾ ਆਊਗਾ, ਹਰ 100 ਕੋ 4 25 ਹੈ, 800 ਕੋ ਹੋਊਗਾ 32। ਸੋ ਮੇਰੇ ਕੋਲ ਇੱਥੇ ਆ ਗਿਆ 32। ਹੁਣ 32 ਨੂੰ 22 ਨਾਲ ਮਲਟੀਪਲਾਈ ਕਰਨਾ, ਫਿਰ ਇਹ 22 ਨਾਲ ਮਲਟੀਪਲਾਈ ਕਰਨਾ, ਫਿਰ ਇਹ 22 ਨਾਲ ਮਲਟੀਪਲਾਈ ਕਰਨਾ ਹੈ। ਯੂਨਿਟ ਡਿਜਿਟ ਦੀ ਅਗਰ ਮੈਂ ਗੱਲ ਕਰਾਂ ਤਾਂ ਇੱਥੇ 0 0 ਹੈ, ਬਾਕੀ ਸਾਰੇ ਡਿਫਰੈਂਟ ਹੈ। ਸੋ 0 0 ਵਾਲਾ ਸਾਡੇ ਕੋਲ ਆਉਣਾ ਨਹੀਂ, ਕਿਉਂਕਿ 22 × 22 × 32 ਹੈ।
तो 2 into 2 कितना होंदा 4, 4 into 2 कितना होंदा 8, 8 into 2 कितना होंदा 16। ਇਹਦਾ ਮਤਲਬ ਯੂਨਿਟ ਡਿਜਿਟ 'ਚ 6 ਆਣਾ ਚਾਹੀਦਾ ਵਾ। ਯੂਨਿਟ ਡਿਜਿਟ 'ਚ 6 ਇੱਥੇ ਆ ਰਿਹਾ ਵਾ, ਇਹ ਸਾਡਾ ਆਨਸਰ ਹੋਊਗਾ 3,40,736। ਠੀਕ ਹੈ ਜੀ। ਤੁਸੀਂ ਸਾਰੀ ਕੈਲਕੂਲੇਸ਼ਨ ਨਹੀਂ ਕਰਨੀ ਹੁੰਦੀ। ਜਨਰਲੀ ਸਾਡੇ ਕੋਲ ਦੋ ਕਨਸੈਪਟ ਹੁੰਦੇ ਇਹਦੇ ਵਿੱਚ, ਇੱਕ ਤਾਂ ਯੂਨਿਟ ਡਿਜਿਟ ਮੈਥਡ ਹੈ, ਇੱਕ ਡਿਜੀਟਲ ਸਮ ਹੈ। ਅੱਗੇ ਕੁਝ ਕੁਐਸਚਨਸ ਦੇ ਵਿੱਚ ਆਪਾਂ ਡਿਜੀਟਲ ਸਮ ਲਗਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। The population of the city was 95 lakhs। एक city है ਉਹਦੀ population ਕਿੰਨੀ ਸੀ 95 lakhs। It has been predicted that the next year the population will decrease at a rate of 20%। ਉਹ ਕਹਿੰਦਾ ਕਿ 20% ਦੇ ਹਿਸਾਬ ਨਾਲ population decrease ਕਰੂੰਗੀ, ਹਰ ਸਾਲ 20% decrease ਕਰੂੰਗੀ successively, ਤਾਂ ਮੈਨੂੰ 4 ਸਾਲ ਬਾਅਦ ਦੱਸਣਾ ਵਾ। ਅਗਰ 20% decrease ਕਰ ਗਈ, ਬਚੀ ਕਿੰਨੀ 80%। ਹੁਣ 80% ਜਿਹੜਾ 20 ਦਾ ਮਲਟੀਪਲ ਹੁੰਦਾ, ਜਿੰਨੇ ਵੀ 20 ਦੇ ਮਲਟੀਪਲ ਹੁੰਦੇ ਉਹ 5 ਦੇ ਬੇਸ ਤੇ ਦੇਖੇ ਜਾਂਦੇ। 5 ਦੇ ਬੇਸ ਤੇ ਅਗਰ ਮੈਂ 1 ਲਿਖੂੰਗਾ ਤਾਂ 20% ਹੈ 20/100, 0 ਨਾਲ 0 ਕੱਟ ਗਿਆ, ਇੱਥੇ ਕਿੰਨਾ ਆ ਗਿਆ 1/5। ਇਹ ਹੈਗਾ 20% ਦੀ ਵੈਲਿਊ। ਮੈਂ ਲਿਖਣੀ ਕਿੰਨੀ ਹੈ 20% ਘਟਣ ਤੋਂ ਬਾਅਦ 80% ਦੀ ਵੈਲਿਊ। ਸੋ 5 ਦੇ ਬੇਸ ਤੇ ਆਪਾਂ ਕੀ ਲਿਖਾਂਗੇ 20 ਦਾ ਕਿਹੜਾ ਮਲਟੀਪਲ ਹੈ, ਚੌਥਾ ਮਲਟੀਪਲ ਹੈ 4/5। ਸੋ ਸਾਨੂੰ ਇਹ ਵੈਲਿਊਜ਼ ਯਾਦ ਹੋਣੀ ਚਾਹੀਦੀਆਂ। ਫ੍ਰੈਕਸ਼ਨਸ ਬੜੀਆਂ ਇੰਪੋਰਟੈਂਟ ਹੈ। तो अगर 20% वैल्यू घट गई, बची कितनी 80%, 80% आप लिखते 4/5। ਹੁਣ 4 ਸਾਲ ਇਦਾਂ ਹੁੰਦਾ ਜਾਊਗਾ, 20% ਘਟਦੀ ਜਾਊਗੀ। ਸੋ ਮੈਂ 4 ਵਾਰ ਲਿਖੂੰਗਾ 4/5 into 4/5 into 4/5। ਦੇਖੋ ਹੁਣ ਅਗਰ ਮੈਂ ਧਿਆਨ ਨਾਲ ਦੇਖਾਂ ਤੇ ਮੈਂ ਇੱਕ ਵਾਰ ਇਹਨੂੰ ਰੇਜ਼ ਕਰਦਾ, ਮੈਂ ਚੈੱਕ ਕਰਨਾ ਵਾ ਕਿ ਡਿਜੀਟਲ ਸਮ, ਹੁਣ ਆਪਾਂ ਕੀ ਇਹਨੂੰ ਮਲਟੀਪਲਾਈ ਨਾ ਕਰਕੇ ਯੂਨਿਟ ਡਿਜਿਟ ਤਾਂ ਆਪਾਂ ਚੈੱਕ ਨਹੀਂ ਕਰ ਸਕਦੇ ਕਿ ਸਾਰਿਆਂ ਦਾ 0 ਹੈ, ਹਾਲਾਂਕਿ 0 ਵਾਲਾ ਵੀ ਚੈੱਕ ਕੀਤਾ ਜਾ ਸਕਦਾ ਵਾ। ਠੀਕ ਹੈ, ਪਰ ਅਸੀਂ ਕੀ ਕਰਾਂਗੇ ਇਹਨੂੰ ਇੱਕ ਵਾਰ ਡਿਜੀਟਲ ਸਮ ਨਾਲ ਕਰਕੇ ਦਿਖਾਣਾ ਤੁਹਾਨੂੰ ਮੈਂ। ਡਿਜੀਟਲ ਸਮ ਦਾ ਮਤਲਬ ਹੁੰਦਾ ਕਿ ਨੰਬਰ ਨੂੰ ਤੱਕ ਪਲੱਸ ਕਰਦੇ ਜਾਓ ਜਦ ਤੱਕ ਸਿੰਗਲ ਡਿਜਿਟ ਨਾ ਆ ਜਾਏ। ਜਿੱਦਾਂ ਕਿ 9 ਤੇ ਕਿੰਨਾ ਹੋ ਗਿਆ 10, 10 ਦਾ ਮਤਲਬ ਕਿੰਨਾ ਵਾ 1। ਸੋ ਜਨਰਲੀ ਆਪਾਂ 9 ਨੂੰ ਗਿਣਦੇ ਨਹੀਂ ਹੈ, 9 ਨੂੰ ਨਾ ਗਿਣਾਂਗੇ ਤਾਂ ਵੀ 1 ਆ ਗਿਆ। ਹੁਣ ਇੱਥੇ ਕਿੰਨਾ 7 ਤੇ 6 13, 13 ਦਾ ਕੀ ਆ ਗਿਆ 4। ਸੋ ਇੱਥੇ 1 ਡਿਜੀਟਲ ਸਮ ਹੈ, ਇੱਥੇ 4 ਹੈ। ਅਗਰ ਮੈਂ ਇਹਦੀ ਗੱਲ ਕਰਾਂ ਤਾਂ ਅਸੀਂ 9 ਨੂੰ ਕੱਟ ਦਿੰਦੇ ਹਾਂ, ਜਿੱਦਾਂ ਕਿ 4 4 8 1 9, ਬਚਿਆ ਕਿੰਨਾ 3। ਇਹਦਾ ਡਿਜੀਟਲ ਸਮ ਆਊਗਾ 3। ਤੁਸੀਂ ਕੈਲਕੂਲੇਟ ਕਰਕੇ ਵੀ ਦੇਖ ਲਈਓ। तो 9 ਅਸੀਂ ਨਹੀਂ ਗਿਣਦੇ, 8 ਤੇ 9 ਨਹੀਂ ਗਿਣਾਂਗੇ, 3 + 2 = 5। ਸੋ ਸਾਰਿਆਂ ਦਾ ਡਿਜੀਟਲ ਸਮ ਕੀ ਹੈ ਵੱਖਰਾ ਵੱਖਰਾ ਵਾ। ਸੋ ਮੈਂ ਇਸ ਇਕੁਏਸ਼ਨ ਦਾ ਜੋ ਸਾਡੇ ਕੋਲ ਨਿਕਲ ਕੇ ਆਇਆ ਐਕਸਪ੍ਰੈਸ਼ਨ, ਇਹਦਾ ਡਿਜੀਟਲ ਸਮ ਨਿਕਾਲ ਲੈਂਦੇ ਆ। ਧਿਆਨ ਨਾਲ ਦੇਖਿਓ, 9 ਤਾਂ ਅਸੀਂ ਗਿਣਦੇ ਨਹੀਂ, ਇੱਕ 0 0 0 ਦੀ ਕੋਈ ਵੈਲਿਊ ਨਹੀਂ ਹੈ ਡਿਜੀਟਲ ਸਮ ਦੇ ਵਿੱਚ। 5 ਨਾਲ ਇੱਕ 5 ਨੂੰ ਕੱਟ ਦਿੰਦੇ ਆ। ਠੀਕ ਹੈ, ਹੁਣ 5 × 5 × 5 ਕਿੰਨਾ ਹੁੰਦਾ ਸਾਡੇ ਕੋਲ 125। ਦੇਖੋ ਡਿਜੀਟਲ ਸਮ ਕੈਲਕੂਲੇਟ ਕਰਦੇ ਟਾਈਮ ਤੇ ਇਹਨੇ ਮਲਟੀਪਲੀਕੇਸ਼ਨਸ ਹੋ ਰਹੀ ਹੈ, ਮੈਂ ਪਲੱਸ ਨਹੀਂ ਕਰੂੰਗਾ 5 ਕਿਉਂਕਿ ਆਪਾਂ ਮਲਟੀਪਲਾਈ ਤਾਂ ਕਰਨਾ ਹੀ ਹੈ। ਨੰਬਰ 2 ਡਿਜਿਟ ਆ ਤੁਹਾਨੂੰ ਸਿੰਗਲ ਡਿਜਿਟ ਬਣਾਉਣਾ ਵਾ। तो 4 4 ਜਾਂ 16, 4 4 ਜਾਂ 16, 16 ਦਾ ਸਕੁਅਰ ਹੁੰਦਾ ਵਾ 256। ਹੁਣ ਇਹਨਾਂ ਦਾ ਡਿਜੀਟਲ ਸਮ ਕਰਨਾ ਵਾ 6 5 11 12 13। ਇੱਥੇ ਉੱਪਰ ਨੰਬਰ ਕਿੰਨਾ ਆ ਗਿਆ 13, 5 2 7 1 8, ਇੱਥੇ ਕਿੰਨਾ ਆ ਗਿਆ 8। ਤੁਸੀਂ ਇੱਕ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਡਿਨੋਮੀਨੇਟਰ ਦੇ ਵਿੱਚ ਨੰਬਰ ਹੁੰਦਾ ਇਹਨੂੰ ਖਤਮ ਕਰਨਾ ਹੁੰਦਾ ਡਿਜੀਟਲ ਸਮ ਲਈ। ਖਤਮ ਆਪਾਂ ਇਦਾਂ ਕਰਨਾ ਵਾ ਕਿ ਇਹਨੂੰ 1 ਬਣਾਉਣਾ ਵਾ। 1 ਬਣਾਉਣ ਲਈ 8 ਨੂੰ ਅਸੀਂ ਮਲਟੀਪਲਾਈ ਕਰਦੇ 8 ਦੇ ਨਾਲ, ਕਿੰਨਾ ਆ ਗਿਆ ਸਾਡੇ ਕੋਲ 64। 64 ਦਾ ਮਤਲਬ 6 4 10, 10 ਦਾ ਮਤਲਬ 1। ਸੋ ਇਹਨੂੰ 8 ਨਾਲ ਮਲਟੀਪਲਾਈ ਕੀਤਾ ਤੇ ਇਹਨੂੰ ਵੀ 8 ਨਾਲ ਮਲਟੀਪਲਾਈ ਕਰਾਂਗੇ। ਸੋ ਹੁਣ ਤੁਸੀਂ ਧਿਆਨ ਦੇਖੋ, ਇਹਦਾ ਡਿਜੀਟਲ ਸਮ ਕਿੰਨਾ ਵਾ 4, ਇਹਦਾ ਕਿੰਨਾ ਵਾ 8, 8 ਚੌਕਾ 32, 32 ਦਾ ਮਤਲਬ ਕਿੰਨਾ ਵਾ 5। ਸਾਡਾ ਆਨਸਰ ਹੋਊਗਾ ਇਹ 5 ਵਾਲਾ, ਮਤਲਬ ਡੀ ਆਪਸ਼ਨ 38,91,200। ਠੀਕ ਹੈ ਜੀ। ਡਿਜੀਟਲ ਸਮ ਦਾ ਵੀ ਆਪਣੇ ਆਪ 'ਚ ਇੱਕ ਕਨਸੈਪਟ ਹੈ, ਪੂਰਾ ਲੈਕਚਰ ਹੈ ਜੋ ਕਿ ਅਸੀਂ ਕਰਵਾਉਂਦੇ ਹਾਂ। ਠੀਕ ਹੈ, ਸੋ ਡਿਜੀਟਲ ਸਮ ਹੋ ਗਿਆ, ਯੂਨਿਟ ਡਿਜਿਟ ਹੋ ਗਿਆ, ਇਹ ਬੇਸਿਕਸ ਦੇ ਵਿੱਚ ਆਉਂਦੇ। ਅਗਰ ਮੈਨੂੰ ਇਹ ਆਉਂਦੇ ਹੋਣਗੇ ਤਾਂ ਮੈਂ ਇੱਦਾਂ ਦੀ ਕੈਲਕੂਲੇਸ਼ਨਸ ਨੂੰ ਈਜ਼ੀਲੀ ਕਰ ਲਵਾਂਗਾ। ਸੋਲਵ ਨਹੀਂ ਕਰਨਾ ਹੁੰਦਾ, ਫਟਾਫਟ ਜਾਂ ਤਾਂ ਯੂਨਿਟ ਡਿਜਿਟ ਚੈੱਕ ਕਰ ਲੈਣਾ ਵਾ ਜਾਂ ਅਸੀਂ ਕੈਲਕੂਲੇਸ਼ਨ ਡਿਜੀਟਲ ਸਮ ਦੇ ਨਾਲ ਕਰਾਂਗੇ। ਠੀਕ ਹੈ ਜੀ, ਦੇਖ ਲਓ ਇੱਕ ਵਾਰ। नेक्स्ट है द पॉपुलेशन ऑफ a town is 1,26,800। इट इंक्रीजेस बाय 15% फर्स्ट ईयर एंड डिक्रीजेस बाय 20% इन द सेकंड ईयर। पहले साल 15% बढ़ गई, फिर की है 20% घट गई। देखो अगर मैं फॉर्मूला लगावा a + b + ab/100। ठीक है, उन्होंने मैंने पूछ रहा कि व्हाट इज द पॉपुलेशन ऑफ टाउन 2 साल बाद कितनी होगी। अगर एक साल 5% 15% बढ़ गई, अगले साल 20% घट गई। प्लस माइनस कितना होता माइनस 15 × 2 कितना हो गया 30 ਤੇ ਇੱਕ 0 ਜਿਹੜਾ ਵਾ ਐਕਸਟਰਾ। ਇਹ 2 0 2 0 ਨਾਲ ਕੈਂਸਲ ਹੋ ਜਾਣਗੇ। ਸੋ +15 -20 ਤਾਂ -5 ਆ ਗਿਆ ਤੇ -3। ਸਾਡੀ ਜਿਹੜੀ ਵੈਲਿਊ ਹੈ ਉਹ -8% ਤੋਂ ਘਟ ਜਾਊਗੀ। ਇਹਨੂੰ ਅਸੀਂ 8% ਤੋਂ ਘਟਾਉਣਾ ਵਾ। ਹੁਣ ਇੱਕ ਗੱਲ ਧਿਆਨ ਰੱਖੋ ਕਿ ਬਿਲਕੁਲ ਅੱਖਾਂ ਬੰਦ ਕਰਕੇ ਨਹੀਂ ਅਸੀਂ ਕੁਐਸਚਨ ਸੋਲਵ ਕਰਨਾ, ਆਪਸ਼ਨ ਜ਼ਰੂਰ ਚੈੱਕ ਕਰ ਲੈਣੇ ਆ। ਹੁਣ ਅਗਰ ਮੈਂ 8% ਤੋਂ ਘਟਾਉਣਾ ਤਾਂ ਇਹਦਾ ਮਤਲਬ ਕੀ ਹੈ ਕਿ 1,26,800 ਤੋਂ ਘੱਟ ਆਨਸਰ ਆਊਗਾ। ਇਹ ਹੈਗਾ ਵਾ 1,74,000। ਇਹ ਨਹੀਂ ਹੋਊਗਾ, 1,26 ਤੋਂ ਘੱਟ ਹੋਣਾ ਚਾਹੀਦਾ। ਇਹ 1,35 ਵੀ ਨਹੀਂ ਹੋਊਗਾ,
ਇੱਕ 45 ਵੀ ਨਹੀਂ ਹੋਊਗਾ, ਇੱਕ 16, ਇੱਕ 26 ਤੋਂ ਘੱਟ ਇੱਕੋ ਹੀ ਆਪਸ਼ਨ ਆ, ਸਾਨੂੰ ਆਪਾਂ ਟਿਕ ਕਰਾਂਗੇ। ਕੁਐਸਚਨ ਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਜੀ, ਸਮਝ ਗਏ? ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਹੈ कि the price of the petrol was first increased by 35% in the month of July due to the global impact decreased by 20% in the month of September। so इधर लिखते हैं कि मान लेने कि ये प्राइस है P, पहले साल अगर 35% ਵੱਧ ਗਿਆ, ਅਗਰ ਕੋਈ ਨੰਬਰ ਨੂੰ ਤੁਸੀਂ 35% ਇੰਕਰੀਜ਼ ਕਰੋ ਤੇ ਉਹ 135% ਹੋ ਜਾਂਦਾ ਵਾ। ਠੀਕ ਹੈ, ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ 4% ਦੇ ਇਨਕਰੀਜ਼ ਡਿਕਰੀਜ਼ ਨਾਲ ਤਾਂ 25 ਆਉਂਦਾ ਵਾ। ਅਗਰ ਮੰਨ ਲਓ ਕੋਈ ਨੰਬਰ 5% ਤੋਂ ਇਨਕਰੀਜ਼ ਕਰਦਾ ਤਾਂ 105%। 105 ਦੇ ਹਿਸਾਬ ਨਾਲ ਅਗਰ ਆਪਾਂ ਦੇਖੀਏ ਤਾਂ 100 ਦੀ ਕਟਿੰਗ ਹਮੇਸ਼ਾ ਇੱਥੇ 20 ਆਊਗਾ। ਜਿੱਦਾਂ ਕਿ 4 ਦੇ ਟੇਬਲ 'ਚ ਹਮੇਸ਼ਾ 25 ਆਇਆ ਸੀ, ਉਹਦਾ ਇੱਥੇ ਕੀ ਆਊਗਾ 20। ਇੱਥੇ ਕੀ ਆ ਜਾਊਗਾ, ਇੱਕ ਵਾਰ 5 ਜ਼ਿਆਦਾ ਵਾ ਤਾਂ 21/20। ਆਹੀ ਚੀਜ਼ ਅਗਰ ਮੈਂ 115% ਨਾ ਕਰਾਂ ਤਾਂ ਡਿਨੋਮੀਨੇਟਰ 'ਚ ਤਾਂ 20 ਆਊਗਾ, ਉੱਪਰ 5 3 ਵਾਰ ਜ਼ਿਆਦਾ ਹੈ। 3 ਵਾਰ ਜ਼ਿਆਦਾ ਮਤਲਬ ਕਿੰਨਾ ਆ ਗਿਆ 23। ਹੁਣ ਜਿਹੜਾ ਕੁਐਸਚਨ ਸਾਡੇ ਕੋਲ ਹੈ ਉਹਦੇ ਵਿੱਚ ਕੀ ਹੈ 35% ਹੈ। 35 ਦਾ ਮਤਲਬ ਕੀ ਹੋ ਗਿਆ 135%। ਹੁਣ 5 ਦੇ ਟੇਬਲ 'ਚ ਆ ਰਿਹਾ ਵਾ ਤਾਂ ਨੀਚੇ ਸਾਡੇ ਕੋਲ ਕੀ ਆਊਗਾ ਡਿਨੋਮੀਨੇਟਰ 'ਚ 20। 5 ਕਿੰਨੀ ਵਾਰ ਜ਼ਿਆਦਾ ਵਾ 7 ਵਾਰ ਜ਼ਿਆਦਾ, ਉੱਪਰ ਕਿੰਨਾ ਆ ਜਾਊਗਾ 27। ਸੋ ਮੈਂ ਲਿਖੂੰਗਾ 27/20 ਇੰਟੂ ਅਗਲਾ ਨੰਬਰ ਜੋ ਕਹਿ ਰਿਹਾ ਵਾ ਕਿ ਨੰਬਰ 20% ਤੋਂ ਘਟ ਗਿਆ, 20% ਤੋਂ ਘਟ ਗਿਆ ਤਾਂ 80% ਰਹਿ ਗਿਆ। 80% ਦੀ ਵੈਲਿਊ ਹੁਣ ਆਪਾਂ ਦੇਖੀ ਸੀ ਕਿੰਨੀ ਹੈ 4/5। ਠੀਕ ਹੈ, ਕੋਈ ਪ੍ਰਾਈਸ ਸੀਗਾ ਪਹਿਲਾਂ 15% 35% ਤੋਂ ਵਧਿਆ, ਫਿਰ 20% ਤੋਂ ਘਟ ਗਿਆ। if the price after a decrease in September is 98, find the price of the petrol before the increase in July। तो ਮੈਨੂੰ ਦੱਸਣਾ ਵਾ ਪ੍ਰਾਈਸ ਜੁਲਾਈ 'ਚ ਕਿੰਨਾ ਸੀਗਾ। ਠੀਕ ਹੈ ਜੀ, ਸੋ ਆਪਾਂ ਹੁਣ ਆਹ ਵੈਲਿਊ ਨਿਕਾਲਣੀ, ਸਾਡਾ ਆਨਸਰ ਆ ਜਾਊਗਾ। ਹੁਣ ਇੱਕ ਗੱਲ ਧਿਆਨ ਨਾਲ ਦੇਖੋ ਕਿ ਅਗਰ ਮੈਂ ਇਹਦੀ ਕਟਿੰਗ ਕਰਾਂ ਤਾਂ ਇੱਥੇ ਕਿੰਨਾ ਆ ਗਿਆ 5 ਆ ਗਿਆ। ਠੀਕ ਹੈ, ਸੋ ਸਾਡੇ ਕੋਲ ਆ ਗਿਆ 5 × 5 ਕਿੰਨਾ ਹੁੰਦਾ 25। ਸੋ ਮੈਂ ਇੱਥੇ ਲਿਖ ਦੂੰਗਾ 25 ਅਪੋਨ ਨੀਚੇ ਕਿੰਨਾ ਆ ਗਿਆ 27। ਹੁਣ ਆਪਾਂ ਕੀ ਕਰਦੇ ਹਾਂ ਡਿਜੀਟਲ ਸਮ ਨਾਲ ਹੀ ਚੈੱਕ ਕਰਦੇ ਹਾਂ। ਡਿਜੀਟਲ ਸਮ ਨਾਲ ਅਗਰ ਮੈਂ ਚੈੱਕ ਕਰਾਂ, ਧਿਆਨ ਨਾਲ ਦੇਖੋ, ਪਹਿਲਾਂ ਆਪਸ਼ਨ ਚੈੱਕ ਕਰ ਲਈਏ ਇੱਕ ਵਾਰ। ਡਿਜੀਟਲ ਸਮ ਨਾਲ ਚੈੱਕ ਕਰੀਏ ਤਾਂ 9 ਨੂੰ ਕਾਊਂਟ ਨਹੀਂ ਕਰਦੇ, 7 ਤੇ 9 ਨੂੰ ਕਾਊਂਟ ਨਹੀਂ ਕਰਦੇ। ਮੇਰੇ ਕੋਲ ਆਨਸਰ ਕਿੰਨਾ 4। ਡੈਸੀਮਲ ਦਾ ਕੋਈ ਡਿਫਰੈਂਸ ਨਹੀਂ ਹੁੰਦਾ ਹੈਗਾ ਡਿਜੀਟਲ ਸਮ ਦੇ ਵਿੱਚ। ਇਹ 9 ਆ ਗਿਆ, 7 4 11 ਤੇ 1 12। 12 ਦਾ ਮਤਲਬ ਹੁੰਦਾ ਵਾ 3। ਇੱਥੇ ਇਹ 3 ਇਹ 4। ਸੋ 8 7 15 4 19। 19 ਦਾ ਮਤਲਬ 9 ਤੇ 1 10। 10 ਦਾ ਮਤਲਬ 1 ਆ ਗਿਆ। 9 ਨਹੀਂ 7 4 11 ਤੇ ਇੱਥੇ ਕਿੰਨਾ ਆ ਗਿਆ 11 ਦਾ ਮਤਲਬ ਕਿੰਨਾ ਹੋ ਗਿਆ 2। ਸਾਰੇ ਨੰਬਰ ਵੱਖਰੇ ਆ, ਇਹਦੇ ਵਿੱਚ ਆਪਾਂ ਚੈੱਕ ਕਰ ਲੈਂਦੇ ਹਾਂ। 7 ਤੋਂ 9 ਹੁੰਦਾ, 9 ਬਣ ਜਾਏ ਜਾਂ 1 ਬਣ ਜਾਏ ਆਪਾਂ ਕਾਊਂਟ ਨਹੀਂ ਕਰਦੇ। ਠੀਕ ਹੈ, ਸੋ ਇਹਨੂੰ ਕਾਊਂਟ ਨਹੀਂ ਕਰਾਂਗੇ। ਹੁਣ ਸਾਡੇ ਕੋਲ ਕੀ ਆ ਗਿਆ, ਧਿਆਨ ਨਾਲ ਦੇਖੋ, ਇਹ 9 ਕਾਊਂਟ ਨਹੀਂ ਹੋਣਾ। ਇੱਥੇ ਕੀ ਬਚ ਗਿਆ 8 ਤੇ 5 ਤੇ 2 ਕਿੰਨੇ ਹੁੰਦੇ 7। ਤੁਸੀਂ ਕੀ ਯਾਦ ਰੱਖਣਾ ਕਿ ਮਲਟੀਪਲੀਕੇਸ਼ਨ ਤਾਂ ਮੈਂ ਕਰਨੀ ਹੈ ਪਰ ਸਿੰਗਲ ਡਿਜਿਟ ਦੀ ਕਰਨੀ ਹੈ। ਠੀਕ ਹੈ, ਸੋ 25 ਦੀ ਨਹੀਂ ਕੀਤੀ ਆਪਾਂ 7 ਦੀ ਕਰਾਂਗੇ। 8 7 ਦਾ ਕਿੰਨਾ ਹੁੰਦਾ ਵਾ 56। ਆਨਸਰ ਕਿੰਨਾ ਆ ਗਿਆ 56। 6 ਤੇ 5 ਕਿੰਨੇ ਹੁੰਦੇ ਆ 11। 11 ਦਾ ਮਤਲਬ ਕਿੰਨਾ ਵਾ 2। ਸੋ 2 ਵਾਲਾ ਆਨਸਰ ਜੋ ਹੈ ਮੇਰਾ ਆਪਸ਼ਨ ਇਹ ਆਊਗਾ 90.76। ਤੁਸੀਂ ਕੈਲਕੂਲੇਟ ਕਰਕੇ ਵੀ ਦੇਖ ਸਕਦੇ ਹੋ, ਆਹੀ ਆਨਸਰ ਆਉਂਦੇ ਐਕਚੁਅਲ ਦੇ ਵਿੱਚ। ਠੀਕ ਹੈ ਜੀ, ਸੋ ਮੈਥਸ ਦੀ ਸੀਰੀਜ਼ ਸਟਾਰਟ ਰਹੂਗੀ। ਆਪਾਂ ਮੈਥਸ ਤੇ GS ਜਿਹੜੀ ਹੈ ਕਰਵਾਵਾਂਗੇ। ਅਗਰ ਫਿਰ ਵੀ ਤੁਸੀਂ ਆਫਲਾਈਨ ਮੋਡ ਦੇ ਵਿੱਚ ਕੋਚਿੰਗ ਲੈਣਾ ਚਾਹੁੰਦੇ ਹੋ, ਗਿਆਨਮ ਇੰਸਟੀਚਿਊਟ ਅੰਮ੍ਰਿਤਸਰ ਜੋ ਕਿ ਐਕਸ ਗਵਰਨਮੈਂਟ ਆਫਿਸਰ ਦੁਆਰਾ ਰਨ ਕੀਤਾ ਜਾਂਦਾ ਵਾ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ ਜੋ ਕਿ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਜਿਹਦੇ ਵਿੱਚ ਆਪਾਂ SSC ਬੈਂਕਿੰਗ, ਪੰਜਾਬ ਰੇਲਵੇਜ਼, NTPC ਇਹ ਸਾਰੇ ਐਗਜ਼ਾਮਸ ਦੀ, ਪੰਜਾਬ ਸਟੇਟ ਟੈਟ ਐਗਜ਼ਾਮਸ ਦੀ ਤਿਆਰੀ ਕਰਵਾਉਂਦੇ ਆ। ਠੀਕ ਹੈ, ਸੋ ਆਲ ਦਾ ਬੈਸਟ। ਨੈਕਸਟ ਵੀਡੀਓ ਲਈ ਇਹ 2 ਲੈਕਚਰਸ ਰਿਵਾਈਜ਼ ਕਰਕੇ ਆਈਓ, ਤਾਂ ਆਪਾਂ ਨੈਕਸਟ ਸਟਾਰਟ ਕਰਾਂਗੇ। ਜਿਹੜੀ ਇਹਦੀ PDF ਹੈ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ 'ਚ ਮਿਲ ਜਾਊਗੀ। ਥੈਂਕ ਯੂ।